ਪ੍ਰੋਫੈਸਰ ਜਵਿੰਦਰਪਾਲ ਸਿੰਘ ਭੁੱਲਰ ਜਿਹਦੀ ਰਿਹਾਈ ਦਾ ਆਰਡਰ ਕੇਂਦਰ ਸਰਕਾਰ ਕਰਦੀ ਹੈ ਔਰ ਮੀਟਿੰਗ ਕਰਕੇ ਆਪਣੀ ਖੁੰਦਕ ਕੱਢਣ ਵਾਸਤੇ ਕੇਜਰੀਵਾਲ ਸਰਕਾਰ ਇਹ ਫੈਸਲਾ ਕਰਦੀ ਹੈ 11 ਨਵੰਬਰ 2020 ਚ ਕਿ ਇਹ ਜਿਹੜਾ ਜਵਿੰਦਰਪਾਲ ਸਿੰਘ ਭੁੱਲਰ ਜਿਹੜੇ ਹੈਗੇ ਆ ਇਹਨਾਂ ਤੇ ਗੰਭੀਰ ਆਰੋਪ ਹੈ, ਇਸ ਕਰਕੇ ਅਸੀਂ ਇਹਨੂੰ ਨਹੀਂ ਛੱਡ ਸਕਦੇ। ਸੁਪਰੀਮ ਕੋਰਟ ਔਰ ਕੇਂਦਰ ਸਰਕਾਰ ਰਿਹਾ ਕਰ ਰਹੀ ਹੈ ਔਰ ਕੇਜਰੀਵਾਲ ਸਰਕਾਰ ਇਹ ਮਨਾ ਕਰ ਰਹੀ ਹੈ। ਹੱਦ ਹੋ ਗਈ ਯਾਰ। ਇਹਦਾ ਮਤਲਬ ਤੁਸੀਂ ਸੁਪਰੀਮ ਕੋਰਟ ਤੋਂ ਵੱਡੇ ਹੋ ਗਏ, ਕੇਂਦਰ ਸਰਕਾਰ ਤੋਂ ਵੱਡੇ ਹੋ ਗਏ ਔਰ ਤੁਸੀਂ ਫੈਸਲੇ ਕਰ ਰਹੇ ਹੋ ਪੰਥ ਵਿਰੋਧੀ। ਇੱਕ ਪਾਸੇ ਤੁਸੀਂ ਨਿਰੰਕਾਰੀ ਜਿਹੜਾ ਸਿੱਖਾਂ ਦਾ ਸਭ ਤੋਂ ਵੱਡਾ ਦੁਸ਼ਮਣ ਸੀ 250 ਫੁੱਟ ਦੀ ਮੂਰਤੀ ਲਾਉਣ ਦੀ ਗੱਲ ਕਰਦੇ ਹੋ ਪੰਜਾਬ 'ਚ, ਇੱਕ ਪਾਸੇ ਤੁਸੀਂ ਜਗਦੀਸ਼ ਟਾਟਰ 1984 ਦੇ ਕਾਤਲ ਨੂੰ ਜੱਫੀਆਂ ਪਾਉਂਦੇ ਹੋ ਔਰ ਇੱਕ ਪਾਸੇ ਉਹਦਾ ਨਾਂ ਕਿਹਾ ਸਿੱਖ ਕੌਮ ਨੂੰ ਚੈਲੰਜ ਕਰਦੇ। ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਕਿ ਕਿਸ ਵਾਸਤੇ ਇਹਨਾਂ ਦੇ ਪਿੱਛੇ ਲੱਗੇ ਹੋ। ਤੁਹਾਡੇ ਕਾਗਜ਼ ਦੇ ਸੋਰਸ ਕੀ ਹੈ? ਅੱਜ ਇਲੈਕਸ਼ਨਾਂ ਦੇ ਵੇਲੇ ਕੀ ਹੈ? 1 ਸਾਲ ਇਲੈਕਸ਼ਨਾਂ ਦੀ ਇੰਤਜ਼ਾਰ ਕਰ ਰਿਹਾ ਸੀ ਕਾਗਜ਼ ਹੈ। ਜਦੋਂ ਵੀ ਇਲੈਕਸ਼ਨ ਆਉਂਦੇ ਨੇ ਤਾਂ 84 ਦਾ ਮਾਮਲਾ ਵਿਧਾਨ ਸਭਾ ਦੇ ਵਿੱਚ ਚੁੱਕ ਲੈਂਦੇ ਨੇ ਤਾਂ ਕਿ ਸਿੱਖਾਂ ਨੂੰ ਖੁਸ਼ ਕੀਤਾ ਜਾਏ। ਜੇ ਪੰਜਾਬ ਦੇ ਲੋਕਾਂ ਨੂੰ ਇਸ ਟਾਈਮ ਚਾਹੀਦਾ ਕਿ ਜਦ ਉਹਨਾਂ ਦੇ ਵਿੱਚ ਜਾ ਰਹੇ ਨੇ ਤੇ ਇਹਨਾਂ ਨੂੰ ਪੁੱਛੋ ਭਾਈ ਇਹ ਕੀ ਹੈ। ਤੈਨੂੰ ਅਸੀਂ ਇਹਨਾਂ ਪਿਆਰ ਦਿੱਤਾ, 4 MP ਦਿੱਤੇ, MLA ਦਿੱਤੇ, ਅੱਜ ਤੂੰ ਫਿਰ ਸਾਡੇ ਕੋਲ ਆਇਆ ਹੋਇਆ ਆ ਕੇ ਸਾਨੂੰ ਇਮੋਸ਼ਨਲ ਬਲੈਕਮੇਲਿੰਗ ਕਰ ਰਿਹਾ। ਸਾਨੂੰ ਕਹਿੰਦਾ ਕਿ 1000 ਰੁਪਇਆ ਦਾਂਗੇ ਤੁਸੀਂ ਬੱਚੀਆਂ ਸੂਟ ਲੈ ਲੈਣਗੀਆਂ। ਕੀ ਗੱਲ ਪੰਜਾਬ ਦੇ ਲੋਕ ਐਡੇ ਭਿਖਾਰੀ ਨੇ? ਜਾਂ ਤੇ ਮੇਰੇ ਖਿਆਲ ਨਾਲ ਸਾਨੂੰ ਇੱਕ ਵਾਰੀ ਆਪਾਂ ਸੋਚ ਰਹੇ ਹਾਂ ਕਿ ਇੱਕ ਆਈ ਡ੍ਰੌਪਸ ਦਾ ਪੈਕਟ ਲੈ ਕੇ ਦੇ ਕੇ ਆਈਏ ਕੇਜਰੀਵਾਲ ਸਰਕਾਰ ਨੂੰ ਕਿ ਆਪਣੀ ਅੱਖਾਂ 'ਚ ਨਾ ਆਈ ਡ੍ਰੌਪਸ ਪਾ ਲੈਣ, ਸ਼ਾਇਦ ਅੱਖਾਂ ਖੋਲ ਸਕਣ ਆਪਣੀਆਂ, ਦੇਖ ਸਕਣ ਕਿ ਉਹਨਾਂ ਦੀ ਉਮਰ 50 ਸਾਲ ਪਲੱਸ ਹੋ ਚੁੱਕੀ, ਜਿਨ੍ਹਾਂ ਨੂੰ ਤੁਸੀਂ ਟੈਰਰਿਸਟ ਕਹਿੰਦੇ ਹੋ। ਕਿਹੜੀ ਐਸੀ ਪਹੁੰਚ ਪੈ ਰਹੀ ਹੈ ਇਹਨਾਂ ਨੂੰ, ਕੋਈ ਇਹਨਾਂ ਨੂੰ ਸਮਝ ਨਹੀਂ ਆ ਰਹੀ। ਜਾਂ ਤਾਂ ਸਾਡੇ ਤੋਂ ਡਰਦੇ ਆ, ਸਾਨੂੰ ਰਿਟਰਨ 'ਚ ਦੇ ਦੇਣ ਵੀ ਅਸੀਂ ਸਿੱਖ ਕੌਮ ਤੋਂ ਡਰਦੇ ਹਾਂ, ਅਸੀਂ ਸੰਤੁਸ਼ਟੀ ਨਾਲ ਬਹਿ ਜਾਵਾਂਗੇ ਕਿ ਵੀ ਸਿੱਖ ਕੌਮ ਹਿੰਦੁਸਤਾਨ 'ਚ ਐਸੀ ਦਲੇਰ ਕੌਮ ਹੈ ਕਿ ਅੱਜ ਤੱਕ 35 ਸਾਲ ਹੋ ਗਏ ਉਹਨਾਂ ਨੂੰ ਡਰ ਹੀ ਲੱਗਿਆ ਰਿਹਾ, ਜੇ ਛੱਡਤਾ ਤੇ ਪਤਾ ਨਹੀਂ ਸਾਡਾ ਕੀ ਉਖਾੜ ਦੇਣਗੇ। ਇਸ ਗੱਲ ਦੀ ਤੁਸੀਂ ਕਿਹਾ ਕਿ ਵੀ ਆਥੈਂਟਿਸਿਟੀ ਕਿੰਨਾ ਕੁ ਆਪਾਂ ਇਹਨੂੰ ਮੰਨ ਸਕਦੇ ਹਾਂ ਇਸ ਡਾਕੂਮੈਂਟ ਡਾਕੂਮੈਂਟ ਦੀ? ਮੈਂ ਤੁਹਾਨੂੰ ਦੇ ਰਿਹਾ। ਕਿੱਥੋਂ ਦੇ ਰਹੇ ਹੋ? ਸੋਰਸ ਕੀ ਹੈ ਇਹਦਾ? ਇਹਦਾ ਸੋਰਸ ਸਾਡੇ ਕੋਲ ਦਿੱਲੀ ਸਰਕਾਰ ਦੀ ਵੈਬਸਾਈਟ ਹੈ। ਮੈਂ ਤੁਹਾਨੂੰ ਉੱਥੇ ਪਿਆ ਹੋਇਆ। ਉੱਥੇ ਪਿਆ ਹੋਇਆ। ਪਰ ਇਲੈਕਸ਼ਨਾਂ ਦੇ ਵੇਲੇ ਬਾਹਰ ਆਣਾ ਤੁਹਾਨੂੰ ਕੀ ਲੱਗਦਾ ਇਹਦੇ ਵਿੱਚ ਇਲੈਕਸ਼ਨ? ਕਿਉਂਕਿ ਜਦ ਪਿਛਲੇ ਸਾਲ ਦੀ ਮਸਲਾ ਉਹ ਨਹੀਂ ਹੈ, ਪਿਛਲੇ ਸਾਲ ਦੀ ਹੈਗੀ ਹੈ, 1 ਸਾਲ ਬਾਹਰ ਕੋਵਿਡ ਦੇ ਦੌਰਾਨ ਦੀ 2020 ਦੀ ਇਹ ਮੀਟਿੰਗ ਹੈ। ਔਰ ਕਈ ਵਾਰੀ ਕੀ ਹੁੰਦਾ ਕਿ ਸਰਕਾਰੀ ਡਿਪਾਰਟਮੈਂਟ ਆਪਣੀ ਵੈਬਸਾਈਟਾਂ ਦੇ ਉੱਤੇ ਆਪਣੀ ਮੀਟਿੰਗ ਲੇਟ ਲੋਡ ਕਰਦੇ ਨੇ। ਕੋਈ ਜ਼ਰੂਰੀ ਨਹੀਂ ਕਿ ਅੱਜ ਮੀਟਿੰਗ ਹੋਗੀ ਤੇ ਅੱਜ ਹੀ ਕਰ ਦੇਣਗੇ। ਹੁਣ ਇਹ 1 ਸਾਲ ਬਾਅਦ ਹੋਇਆ। ਦੇਖੋ ਸਾਡੇ ਹੱਥ ਅੱਜ ਆਇਆ, ਹੁਣ ਉਹਨਾਂ ਨੇ ਅੱਜ ਕੀਤਾ, 10 ਦਿਨ ਪਹਿਲੇ ਕੀਤਾ, 20 ਦਿਨ ਪਹਿਲੇ ਕੀਤਾ, ਕਦੋਂ ਕੀਤਾ ਅਸੀਂ ਲੱਭ ਰਹੇ। ਪਬਲਿਕ ਡੋਮੇਨ ਤੇ ਅਵੇਲੇਬਲ ਹੈਗਾ, ਪਬਲਿਕ ਡੋਮੇਨ ਤੇ ਅਵੇਲੇਬਲ ਹੈ ਡਾਕੂਮੈਂਟ। ਹੁਣ ਤੁਸੀਂ ਦੇਖ ਰਹੇ ਹੋ ਅਕਾਲ ਚੈਨਲ, ਆਪ ਜੀ ਦਾ ਦਾਸ ਗੁਰਪ੍ਰੀਤ ਸਿੰਘ ਪੂਰੀ ਦਿੱਲੀ ਦੇ ਵਿੱਚ ਮੌਜੂਦ ਹੈਗੇ ਆ। ਬੰਦੀ ਸਿੰਘ ਰਿਹਾਈ ਮੋਰਚੇ ਦੀ ਜਿਹੜੀ ਦਿੱਲੀ ਦੀ ਇੱਕ ਟੀਮ ਬਣੀ ਹੈਗੀ, ਉਹਨਾਂ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਕੁਝ ਅਹਿਮ ਖੁਲਾਸੇ ਕੀਤੇ ਗਏ ਆ। ਕੀ ਨੇ ਉਹ ਖੁਲਾਸੇ? ਔਰ ਖਾਸ ਗੱਲ ਕਰੀਏ ਤਾਂ ਅਰਵਿੰਦ ਕੇਜਰੀਵਾਲ ਦੇ ਨਾਲ ਜੁੜੇ ਹੋਏ ਖੁਲਾਸੇ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਚਮਨ ਸਿੰਘ ਜੀ ਜਿਹੜੇ ਨੇ ਸਾਡੇ ਨਾਲ ਮੌਜੂਦ ਨੇ। ਅੱਜ ਕੀ ਮੁੱਖ ਜਿਹੜੀ ਕਿ ਗੱਲਾਂ ਜੋ ਕਿ ਪ੍ਰੈਸ ਕਾਨਫਰੰਸ 'ਚ ਕਹੀਆਂ? ਅੱਜ ਇੱਕ ਬਹੁਤ ਹੀ ਅਹਿਮ ਜਿਹੜੀ ਕੇਜਰੀਵਾਲ ਸਰਕਾਰ ਨੇ ਪੰਥ ਵਿਰੋਧੀ ਕਾਰਵਾਈ ਕੀਤੀ ਸੀਗੀ 11 ਨਵੰਬਰ ਨੂੰ। ਔਰ ਮੈਂ ਸਮਝਦਾ ਕਿ ਇੰਨੀ ਵੱਡੀ ਧੋਖਾ ਕੌਮ ਦੇ ਨਾਲ ਕੀਤਾ ਕਿ ਜਿਹੜਾ ਇਹ ਬਹੁਤ ਵੱਡੇ ਦੇਣਦਾਰ ਹੈਗਾ ਪ੍ਰੋਫੈਸਰ ਜਵਿੰਦਰਪਾਲ ਸਿੰਘ ਭੁੱਲਰ ਜਿਹਦੀ ਰਿਹਾਈ ਦਾ ਆਰਡਰ ਕੇਂਦਰ ਸਰਕਾਰ ਕਰਦੀ ਹੈ ਔਰ ਮੀਟਿੰਗ ਕਰਕੇ ਆਪਣੀ ਖੁੰਦਕ ਕੱਢਣ ਵਾਸਤੇ ਕੇਜਰੀਵਾਲ ਸਰਕਾਰ ਇਹ ਫੈਸਲਾ ਕਰਦੀ ਹੈ 11 ਨਵੰਬਰ 2020 ਚ ਕਿ ਇਹ ਜਿਹੜਾ ਜਵਿੰਦਰਪਾਲ ਸਿੰਘ ਭੁੱਲਰ ਜਿਹੜੇ ਹੈਗੇ ਆ ਇਹਨਾਂ ਤੇ ਗੰਭੀਰ ਆਰੋਪ ਹੈ, ਇਸ ਕਰਕੇ ਅਸੀਂ ਇਹਨੂੰ ਨਹੀਂ ਛੱਡ ਸਕਦੇ। ਔਰ ਫੈਸਲਾ ਕਰਕੇ ਜਵਿੰਦਰਪਾਲ ਸਿੰਘ ਭੁੱਲਰ ਜਿਹੜੇ ਮੈਂਟਲੀ ਡਿਸਟਰਬ ਹੈ। ਔਰ ਸੁਪਰੀਮ ਕੋਰਟ ਨੇ ਵੀ ਕਹਿਤਾ, ਮਨਜਿੰਦਰ ਜਿਹੜਾ ਬਿੱਟਾ ਹੈਗਾ ਉਹਨੇ ਅਪੀਲ ਪਾਈ ਸੀ ਸੁਪਰੀਮ ਕੋਰਟ 'ਚ ਰਿਹਾ ਨਾ ਕੀਤਾ ਹੋਵੇ। ਸੁਪਰੀਮ ਕੋਰਟ ਉਹਦੀ ਅਪੀਲ ਨੂੰ ਰੱਦ ਕਰਦੀ ਹੈ ਮਨਜਿੰਦਰ ਬਿੱਟੇ ਦੀ ਨੂੰ, ਔਰ ਕੇਂਦਰ ਸਰਕਾਰ ਰਿਹਾ ਕਰਦੀ ਹੈ। ਔਰ ਕੇਜਰੀਵਾਲ ਸਰਕਾਰ ਸੁਪਰੀਮ ਕੋਰਟ ਤੋਂ ਵੱਡੀ ਹੋ ਜਾਂਦੀ ਹੈ, ਕੇਂਦਰ ਸਰਕਾਰ ਤੋਂ ਵੱਡੀ ਹੋ ਜਾਂਦੀ ਹੈ। ਔਰ ਕਿਹੜੀ ਤਰੀਕ ਨੂੰ ਸੁਪਰੀਮ ਕੋਰਟ ਨੇ ਮਨਜਿੰਦਰ ਬਿੱਟੇ ਦੀ ਅਪੀਲ ਨੂੰ ਰੱਦ ਕੀਤਾ ਕਿ ਕੁਝ ਪਹਿਲਾਂ ਹੋਇਆ ਬਿਲਕੁਲ ਹੋਇਆ। ਔਰ ਤੁਸੀਂ ਅਸੀਂ ਤੁਹਾਨੂੰ ਦਵਾਂਗੇ, ਅਸੀਂ ਤੁਹਾਨੂੰ ਦੱਸਾਂਗੇ ਕਦੋਂ ਹੋਇਆ। ਔਰ ਇਹ
9 ਦਸੰਬਰ ਨੂੰ ਪਿਛਲੇ ਸਾਲ 9 ਦਸੰਬਰ ਨੂੰ ਇਹ ਰੱਦ ਕੀਤੀ ਹੈ ਅਪੀਲ ਉਹਦੀ, ਔਰ ਸੁਪਰੀਮ ਕੋਰਟ ਔਰ ਕੇਂਦਰ ਸਰਕਾਰ ਰਿਹਾ ਕਰ ਰਹੀ ਹੈ, ਔਰ ਕੇਜਰੀਵਾਲ ਸਰਕਾਰ ਇਹ ਮਨਾ ਕਰ ਰਹੀ ਹੈ। ਹੱਦ ਹੋ ਗਈ ਯਾਰ, ਐਡੀ ਵੱਡੀ ਸਿੱਖਾਂ ਦੀ ਕੌਮ ਹੋਵੇ, ਸਿੱਖਾਂ ਦੀ ਮੰਗ ਹੋਵੇ, ਲੱਖਾਂ ਲੋਕ ਇਹ ਮਾਰਚ ਕੱਢਦੇ ਹੋਣ ਤੇ ਕੇਜਰੀਵਾਲ ਸਰਕਾਰ ਪੰਜਾਬ 'ਚ ਇਲੈਕਸ਼ਨ ਲੜਨ ਜਾਂਦਾ ਹੋਵੇ ਔਰ ਸਿੱਖਾਂ ਦੀ ਮੰਗ ਮੰਨਣ ਤੋਂ ਇਨਕਾਰੀ ਹੋਵੇ। ਇਹ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਅਰਵਿੰਦ ਕੇਜਰੀਵਾਲ ਸਰਕਾਰ ਨੇ ਜਿਹੜਾ ਜੇ ਰਿਜੈਕਟ ਕੀਤਾ ਤੇ ਇਹ ਪਿਛਲੇ ਸਾਲ ਦਾ ਹੈਗਾ ਆਰਡਰ, ਥੋੜਾ ਇੱਕ ਵਾਰੀ ਦਿਖਾ ਦਿਓ ਜਰਾ ਇੱਕ ਵਾਰੀ। ਹਾਂ, ਇਹ ਅਵਤਾਰ ਸਿੰਘ ਕਾਲਕਾ ਵੀ ਇੱਥੇ ਮੌਜੂਦ ਨੇ, ਉਹਨਾਂ ਨਾਲ ਵੀ ਅਸੀਂ ਗੱਲ ਕਰਾਂਗੇ। ਇਹ ਆਰਡਰ ਇਹ ਆਰਡਰ ਡਾਇਰੈਕਟਲੀ ਆਰਡਰ ਦਵਿੰਦਰਪਾਲ ਸਿੰਘ ਭੁੱਲਰ ਹੁਣਾਂ ਦੇ ਖਿਲਾਫ ਹੈ। ਇਹ ਜਿਹੜਾ ਇੱਕ ਮਿੰਟ ਮੈਂ ਜਿਹੜਾ ਦਵਿੰਦਰਪਾਲ ਸਿੰਘ ਹੁਣਾਂ ਦੇ ਖਿਲਾਫ ਉਹ ਕੇਜਰੀਵਾਲ ਸਰਕਾਰ ਨੇ ਇਹ ਬੀਚ ਕੀਤਾ ਸੀ, 11 ਨਵੰਬਰ ਬੀਚ ਕੀਤਾ ਸੀ, ਔਰ ਸਿੱਧੇ ਲਫ਼ਜ਼ਾਂ 'ਚ ਕਿ ਇਹ ਤੁਸੀਂ ਇੱਕ ਵਾਰੀ ਸਕੈਨ ਕਰ ਸਕਦੇ ਹੋ, ਔਰ ਜਿਹੜੇ ਲੋਕ ਬੈਠੇ ਸੀ ਉਹਨਾਂ ਦੇ ਨਾਮ ਆ ਮੀਟਿੰਗ ਵਿੱਚ। ਤਾਂ ਇਸ ਕਿ ਇਹ ਕੇਜਰੀਵਾਲ ਦੇ ਅਗਵਾਈ ਹਟ ਹੋਈ ਸੀ। ਔਰ ਮੈਂ ਹੈ ਕਿ ਇਹ ਮਿੰਟਸ ਆਫ ਮੀਟਿੰਗ ਹੈਗੇ ਨੇ, ਗੱਲ ਕਰੀਏ ਮੀਟਿੰਗ ਹੈ ਇਸ ਮੀਟਿੰਗ ਦਵਿੰਦਰਪਾਲ ਸਿੰਘ ਭੁੱਲਰ ਵਾਸਤੇ ਬੁਲਾਈ ਸੀ। ਕੇਂਦਰ ਸਰਕਾਰ ਜਦੋਂ ਰਿਹਾ ਕਰਨ ਦੀ ਗੱਲ ਕਰਦੀ ਸੀ ਉਦੋਂ ਬੁਲਾਈ ਸੀ। ਇਹਨਾਂ ਨੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਉਲਟ ਕੇ ਫੈਸਲਾ ਕੀਤਾ ਕਿ ਅਸੀਂ ਉਹਨੂੰ ਰਿਹਾ ਨਹੀਂ ਕਰ ਸਕਦੇ ਕਿਉਂਕਿ ਉੱਤੇ ਗੰਭੀਰ ਹੈ। ਸੁਪਰੀਮ ਕੋਰਟ ਕਹਿ ਰਹੀ ਛੱਡ ਦਿਓ, ਕੇਂਦਰ ਸਰਕਾਰ ਕਹਿ ਰਹੀ ਛੱਡ ਦਿਓ। ਇਹਦਾ ਮਤਲਬ ਤੁਸੀਂ ਸੁਪਰੀਮ ਕੋਰਟ ਤੋਂ ਵੱਡੇ ਹੋ ਗਏ, ਕੇਂਦਰ ਸਰਕਾਰ ਤੋਂ ਵੱਡੇ ਹੋ ਗਏ, ਔਰ ਤੁਸੀਂ ਫੈਸਲੇ ਕਰ ਰਹੇ ਹੋ ਪੰਥ ਵਿਰੋਧੀ। ਇੱਕ ਪਾਸੇ ਤੁਸੀਂ ਨਿਰੰਕਾਰੀ ਜਿਹੜਾ ਸਿੱਖਾਂ ਦਾ ਸਭ ਤੋਂ ਵੱਡਾ ਦੁਸ਼ਮਣ ਸੀ, 250 ਫੁੱਟ ਦੀ ਮੂਰਤੀ ਲਾਉਣ ਦੀ ਗੱਲ ਕਰਦੇ ਹੋ ਪੰਜਾਬ 'ਚ। ਇੱਕ ਪਾਸੇ ਤੁਸੀਂ ਜਗਦੀਸ਼ ਟਾਟਰ 1984 ਦੇ ਕਾਤਲ ਨੂੰ ਜੱਫੀਆਂ ਪਾਉਂਦੇ ਹੋ, ਔਰ ਇੱਕ ਪਾਸੇ ਉਹਦਾ ਨਾਂ ਕੀ ਸਿੱਖ ਕੌਮ ਨੂੰ ਚੈਲੰਜ ਕਰਦੇ। ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਕਿ ਕਿਸ ਵਾਸਤੇ ਇਹਨਾਂ ਦੇ ਪਿੱਛੇ ਲੱਗੇ ਹੋ? ਇਹ ਸਿੱਧਾ ਹੀ ਪੰਥ ਨਾਲ ਧੋਖਾ ਕਰ ਰਿਹਾ ਹੈ, ਕੌਮ ਨਾਲ ਧੋਖਾ ਕਰ ਰਿਹਾ ਹੈ। ਇਹ ਧੋਖਾ ਦੇ ਮੈਂ ਇਹਨਾਂ ਦੇ ਜਿਹੜੇ ਸਿੱਖ ਚਿਹਰੇ ਆ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਇਹ ਮੂੰਹ 'ਚ ਘੁੰਗੜੀਆਂ ਪਾ ਕੇ ਕੋਈ ਬੈਠੇ ਆ ਕਿ ਸਿਰਫ ਉਹ ਗੱਦੀਆਂ ਵਾਸਤੇ ਇਹ ਪੱਗਾਂ ਜਿਹੜੀਆਂ ਬੰਨੀਆਂ ਉਹ ਜਵਾਬ ਦੇ ਨਹੀਂ ਹੈ। ਇਸ ਵਾਸਤੇ ਉਹਨਾਂ ਨੂੰ ਇਹਦਾ ਜਵਾਬ ਦੇਣਾ ਪਏਗਾ। ਉਹ ਚਾਹੇ ਦਿੱਲੀ ਥੋੜਾ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ। ਮੈਂ ਪੜ੍ਹ ਰਿਹਾ ਮਿੰਟਸ ਆਫ ਮੀਟਿੰਗ ਹੈਗੇ, ਹਾਲਾਂਕਿ ਇਹਦੇ ਉੱਪਰ ਕੋਈ ਜਿਹੜਾ ਕਾਗਜ਼ ਤੁਸੀਂ ਦੱਸ ਰਹੇ ਹੋ ਕਿ ਪਿਛਲੇ ਸਾਲ ਦਾ ਹੈਗਾ, ਦਸੰਬਰ 2020 ਦਾ। ਸੋ ਅੱਜ ਇਸ ਕਾਗਜ਼ ਤੇ 1 ਸਾਲ ਬਾਅਦ ਕਰਨ ਦਾ ਪੁਆਇੰਟ ਕੀ ਹੈਗਾ? ਸਾਡੇ ਸਾਹਮਣੇ ਕਾਗਜ਼ ਅੱਜ ਆਇਆ। ਅੱਛਾ, ਅਸੀਂ ਪਿਛਲੇ 4-5 ਸਾਲਾਂ ਤੋਂ ਜੋ ਕਾਰਵਾਈ ਹੋ ਰਹੀ ਹੈ ਉਹਨਾਂ ਤੇ ਵਾਰ-ਵਾਰ ਨਜ਼ਰ ਮਾਰਿਆ। ਜਦੋਂ ਸਾਡੇ ਕੋਲ ਡਾਕੂਮੈਂਟ ਸਾਹਮਣੇ ਆਏਗਾ ਅਸੀਂ ਸਾਡੀ ਟੀਮ ਜਿਹੜੀ ਹੈ ਉਹ ਡਾਕੂਮੈਂਟ ਕੱਢ ਹੀ ਹੈ ਤੇ ਅਸੀਂ ਉਦੋਂ ਹੀ ਸੰਗਤ ਸਾਹਮਣੇ ਲੈ ਕੇ ਆਵਾਂਗੇ ਨਾ। ਇਲੈਕਸ਼ਨਾਂ ਦੇ ਵੇਲੇ ਇਸ ਕਾਗਜ਼ ਦੇ ਬਾਹਰ ਆਉਣ ਦਾ ਕੀ ਮਹੱਤਵ ਹੈ? ਤੁਹਾਨੂੰ ਜਿਹੜਾ ਇਹ ਕਾਗਜ਼ 1 ਸਾਲ ਬਾਅਦ ਮਿਲ ਰਿਹਾ ਹੈਗਾ, ਤੁਸੀਂ ਅੱਜ ਇਲੈਕਸ਼ਨਾਂ ਦੇ ਵੇਲੇ ਜਦੋਂ ਪੰਜਾਬ 'ਚ ਇਲੈਕਸ਼ਨ ਹੈਗੇ ਆ ਉਸ ਵੇਲੇ ਤੁਸੀਂ ਇਹ ਕਾਗਜ਼ ਬਾਹਰ ਕੱਢ ਰਹੇ ਹੋ। ਮੈਂ ਅਵਤਾਰ ਸਿੰਘ ਕਾਲਕਾ ਸਾਹਿਬ ਤੋਂ ਗੱਲ ਕਰਨਾ ਚਾਹਾਂਗਾ। ਹਾਂਜੀ, ਇਹ ਕਾਗਜ਼ ਇਲੈਕਸ਼ਨ ਕਰਕੇ ਨਹੀਂ ਬਾਹਰ ਕੱਢਿਆ, ਇਹ ਇਲੈਕਸ਼ਨ ਕਰਕੇ ਨਹੀਂ ਬਾਹਰ ਕੱਢਿਆ। ਇਹ ਕਾਗਜ਼ ਜੇ ਇਲੈਕਸ਼ਨ ਨਾ ਵੀ ਹੁੰਦੀ ਪੰਜਾਬ 'ਚ ਤਾਂ ਵੀ ਬਾਹਰ ਕੱਢਦੇ, ਜੇ ਦਿੱਲੀ 'ਚ ਇਲੈਕਸ਼ਨ ਨਾ ਹੁੰਦੀ ਤਾਂ ਵੀ ਬਾਹਰ ਕੱਢਦੇ। ਇੱਕ ਗੱਲ ਸਮਝ ਲਓ, ਪੰਥ ਦਾ ਮੁੱਦਾ, ਕੌਮ ਦਾ ਮੁੱਦਾ ਸਾਡੇ ਸਾਹਮਣੇ ਜਦੋਂ ਆਏਗਾ ਅਸੀਂ ਸੰਗਤ ਵਿੱਚ ਲੈ ਕੇ ਆਵਾਂਗੇ। ਅਸੀਂ ਜੇ ਅੱਜ ਜੇ ਮਾਰਚ ਕੱਢਿਆ ਤੇ ਅਸੀਂ ਉਹਦਾ ਨਾਂ ਕਿਹਾ ਇਸ ਲਈ ਨਹੀਂ ਕੱਢਿਆ ਕਿ ਵੋਟਾਂ ਪਾਓ ਨਾ ਪਾਓ, ਅਸੀਂ ਇਸ ਲਈ ਕੱਢਿਆ ਫਤਿਹਗੜ੍ਹ ਸਾਹਿਬ ਤੋਂ ਚੰਡੀਗੜ੍ਹ ਤੱਕ ਲੱਖਾਂ ਲੋਕ ਸ਼ਾਮਲ ਹੋਏ ਆ, ਇਸ ਲਈ ਕੱਢਿਆ ਕਿ ਬੰਦੀ ਸਿੰਘ ਰਿਹਾ ਕਰੋ। ਅੱਜ ਤੁਸੀਂ ਵੋਟ ਲੈ ਜਾਓਗੇ ਲੋਕਾਂ ਦੀ ਜਿਹੜੇ ਪੰਥ ਧਾਸ਼ੀ ਆ ਔਰ ਵਾਅਦੇ ਕਰਨਗੇ ਝੂਠੇ, ਔਰ ਤੁਸੀਂ ਲੋਕਾਂ ਨੂੰ ਕਹੋਗੇ ਕਿ ਬਈ ਉਹਦਾ ਨਾਂ ਕੀ ਆ, ਬਾਅਦ 'ਚ 5 ਸਾਲ ਮੁੱਕਰ ਜਾਓਗੇ। ਤਾਂ ਫਿਰ ਲੋਕੀ ਇੱਥੇ ਗੁਟਕੇ ਦੀ ਸਹੁੰ ਖਾ ਕੇ ਮੁੱਕਰ ਗਏ, ਲੋਕੀ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਸਹੁੰ ਖਾ ਕੇ ਮੁੱਕਰ ਗਏ, ਲੋਕੀ ਇੱਥੇ ਗੋਲੀ ਚਲਾ ਕੇ ਮੁੱਕਰ ਗਏ। ਇੱਥੇ ਤਾਂ ਫੈਸਲੇ ਇਹ ਹੋਣੇ ਆ ਕਿ ਅਸੀਂ ਸਾਡੇ ਕੋਲ ਅੱਜ ਸਾਹਮਣੇ ਆ, ਅਸੀਂ ਅੱਜ ਸਾਹਮਣੇ ਲੈ ਕੇ ਆਏ ਆ। ਸਾਡੇ ਕੋਲ 6 ਮਹੀਨੇ ਪਹਿਲਾਂ ਆਂਦਾ ਸੀ, 6 ਮਹੀਨੇ ਪਹਿਲਾਂ ਆਂਦੇ। ਠੀਕ ਹੈ, ਮੈਂ ਅਵਤਾਰ ਸਿੰਘ ਕਾਲਕਾ ਸਾਹਿਬ, ਵੈਸੇ ਮੈਂ ਥੋੜਾ ਇਸ ਕਾਗਜ਼ ਦੇ ਬਾਰੇ ਦੱਸ ਦਵਾਂ। ਇਹ ਕਾਗਜ਼ ਹੈ ਕਿ ਕਾਲਕਾ ਸਾਹਿਬ ਨਾਲ ਗੱਲ ਕਰਾਂਗੇ। ਕਾਲਕਾ ਸਾਹਿਬ ਜੇ ਮੈਂ ਗਲਤ ਪੜ੍ਹ ਰਿਹਾ ਹਾਂ ਤਾਂ ਦੱਸ ਦਿਓ। ਇਹਦੇ ਜੋ ਟਾਈਟਲ ਜੋ ਲਿਖਿਆ ਹੈਗਾ, ਰਿਕਮੈਂਡੇਸ਼ਨ ਆਫ ਦਾ ਸੈਂਟੈਂਸ ਰਿਵਿਊ ਬੋਰਡ ਫॉर ਪ੍ਰੀਮੈਚੁਰ ਰਿਲੀਜ਼ ਆਫ ਲਾਈਵ ਕਨਵਿਕਟਸ ਇਨ ਦਾ ਮੀਟਿੰਗ ਹੈਲਡ ਅੰਡਰ ਦਾ ਚੇਅਰਮੈਨਸ਼ਿਪ ਆਫ ਆਨਰੇਬਲ Home Minister of Delhi at 3 PM on 11th December 2020 at Delhi Secretariat। ਇਹ ਦਿੱਲੀ ਸੈਕਟਰੀਏਟ ਦੇ ਵਿੱਚ ਮੀਟਿੰਗ ਹੁੰਦਾ ਹੈਗਾ ਔਰ ਇਹ ਸੈਂਟੈਂਸ ਰਿਵਿਊ ਬੋਰਡ ਹੈਗਾ ਜਿਹਦੇ ਵਿੱਚ ਕੌਣ ਪ੍ਰੈਜ਼ੈਂਟ ਸੀ ਲਿਖਿਆ ਹੋਇਆ। ਚੇਅਰਮੈਨ ਨੇ ਸਤਿੰਦਰ ਜੈਨ ਆਨਰੇਬਲ ਹੋਮ ਮਿਨਿਸਟਰ, ਔਰ BS ਭੱਲਾ ਪ੍ਰਿੰਸੀਪਲ ਸੈਕਟਰੀ, ਔਰ ਸੰਦੀਪ ਗੋਇਲ ਡਾਇਰੈਕਟਰ ਜਨਰਲ ਆਫ ਪ੍ਰਿਜ਼ਨਸ, ਔਰ ਉਸ ਤੋਂ ਇਲਾਵਾ ਸੰਜੇ ਕੁਮਾਰ ਅਗਰਵਾਲ ਪ੍ਰਿੰਸੀਪਲ ਸੈਕਟਰੀ ਲਾਅ ਐਂਡ ਜਸਟਿਸ, ਸ਼੍ਰੀ ਸਤੀਸ਼ ਕੁਮਾਰ ਐਡੀਸ਼ਨਲ ਸੈਸ਼ਨ ਜੱਜ, MS ਰਸ਼ਮੀ ਸਿੰਘ ਡਾਇਰੈਕਟਰ ਸੋਸ਼ਲ ਵੈਲਫੇਅਰ ਡਿਪਾਰਟਮੈਂਟ, ਸ਼੍ਰੀ ਰਾਜੇਸ਼ ਦਿਓ ਡਿਪਟੀ ਕਮਿਸ਼ਨਰ ਆਫ ਪੁਲਿਸ ਲੀਗਲ। ਔਰ ਅਗਲਾ ਇਹਦਾ ਜਿਹੜਾ ਸਫਾ ਪੜ੍ਹਦੇ ਆ ਜਿਹਦੇ ਵਿੱਚ ਲਿਖਿਆ ਹੈਗਾ, ਪਹਿਲੀ ਲਾਈਨ 113 ਨੰਬਰ, ਦਵਿੰਦਰਪਾਲ ਸਿੰਘ ਭੁੱਲਰ ਸਨ ਆਫ ਲੇਟ ਸ਼੍ਰੀ ਬਲਵੰਤ ਸਿੰਘ ਏਜ 53 ਪ੍ਰੈਜ਼ੈਂਟਲੀ ਲੌਜਡ ਇਨ ਅੰਮ੍ਰਿਤਸਰ ਜੇਲ੍ਹ ਪੰਜਾਬ
ਔਰ ਲਿਖਿਆ ਕਿ ਦਵਿੰਦਰਪਾਲ ਸਿੰਘ ਭੁੱਲਰ ਇਜ਼ ਅੰਡਰਗੋਇੰਗ ਇਨਪ੍ਰਿਜ਼ਨਮੈਂਟ ਇਨ ਕੇਸ ਨੰਬਰ 316 1993 ਦਾ ਕੇਸ ਹੈਗਾ। ਔਰ ਇਸ ਦੇ ਉੱਪਰ ਲਿਖਿਆ ਦਿੱਲੀ ਫॉर ਕਮਿਟਿੰਗ ਮਲਟੀਪਲ ਮਰਡਰਸ ਇਨ ਟੈਰਰਿਸਟ ਐਕਟੀਵਿਟੀ। ਇਹ ਲਾਈਨ ਪੜਨ ਵਾਲੀ ਹੈਗੀ। ਲਿਖਿਆ ਗਿਆ ਕਿ ਮਲਟੀਪਲ ਮਰਡਰਸ ਔਰ ਟਾਡਾ ਐਕਟ ਹੈਗਾ ਪੀਐਸ ਪਾਰਲੀਮੈਂਟ ਸਟਰੀਟ ਦਿੱਲੀ ਫॉर ਕਮਿਟਿੰਗ ਮਲਟੀਪਲ ਮਰਡਰਸ ਇਨ ਟੈਰਰਿਸਟ ਐਕਟੀਵਿਟੀ ਬਾਈ ਐਕਸਪਲੋਜ਼ਨਸ ਇਨ ਕਾਰ ਪਾਰਕਡ ਆਊਟਸਾਈਡ ਰਾਈਸੀਨਾ ਰੋਡ ਔਨ 11/9/1993। ਸੋ ਇਸ ਦੇ ਵਿੱਚ ਆਪਾਂ ਇਸ ਵਾਰ ਹੀ ਗੱਲ ਕਰਾਂਗੇ। ਕਾਲਕਾ ਸਾਹਿਬ, ਇਲੈਕਸ਼ਨ ਪੰਜਾਬ ਦੇ ਵਿੱਚ ਹੈਗੇ ਨੇ, ਇਹ ਕਾਗਜ਼ 1 ਸਾਲ ਪਹਿਲੇ ਦਾ ਜਾਂ ਹੈਗਾ ਇਹਦੀ ਜਿਹੜੀ ਡੇਟ ਹੈਗੀ ਆ। ਸੋ ਤੁਹਾਡੇ ਤੋਂ ਜਾਣਨਾ ਚਾਹਾਂਗੇ, ਜਦ 20 ਦੇ ਵਿੱਚ ਮੀਟਿੰਗ ਹੋਈ ਸੀਗੀ, ਤੁਸੀਂ ਐਮਐਲਏ ਰਹੇ ਹੋ ਔਰ ਦਿੱਲੀ ਸੈਕਟਰੀਏਟ ਦੇ ਵਿੱਚ ਇਹ ਮੀਟਿੰਗ ਹੋਈ ਆ। ਸੋ ਇਸ ਤੁਹਾਡੇ ਕਾਗਜ਼ ਦੇ ਸੋਰਸ ਕੀ ਹੈ? ਅੱਜ ਇਲੈਕਸ਼ਨਾਂ ਦੇ ਵੇਲੇ ਕੀ ਹੈ, 1 ਸਾਲ ਇਲੈਕਸ਼ਨਾਂ ਦੀ ਇੰਤਜ਼ਾਰ ਕਰ ਰਿਹਾ ਸੀ ਕਾਗਜ਼? ਜਦੋਂ ਵੀ ਇਲੈਕਸ਼ਨ ਆਉਂਦੇ ਨੇ ਤਾਂ 84 ਦਾ ਮਾਮਲਾ ਵਿਧਾਨ ਸਭਾ ਦੇ ਵਿੱਚ ਚੁੱਕ ਲੈਂਦੇ ਨੇ ਤਾਂ ਕਿ ਸਿੱਖਾਂ ਨੂੰ ਖੁਸ਼ ਕੀਤਾ ਜਾਏ ਕਿ ਆਪਣਾ ਅਸੀਂ ਦੇਖੋ 84 ਦੀ ਗੱਲ ਕਰ ਰਹੇ ਹਾਂ। ਅੱਜ ਇਲੈਕਸ਼ਨ ਆਏ ਆ ਕਿ ਸਿੱਖਾਂ ਦੇ ਜਿਹੜੇ ਸੈਂਟਰ ਦੀ ਸਰਕਾਰ ਨੇ ਜਿਹੜੇ ਰਿਹਾ ਕਰਨ ਵਾਸਤੇ ਕਿਹਾ ਸੀ ਇਹਨਾਂ ਨੂੰ ਕਿ ਤੁਸੀਂ ਆਪਣਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਉੱਤੇ ਕਿ ਇਹਨਾਂ ਨੂੰ ਰਿਹਾ ਕਰ ਦਿਓ, ਤੇ ਉਸ ਦੇ ਉੱਤੇ ਇਹ ਮੀਟਿੰਗ ਬੁਲਾਈ ਗਈ ਸੀਗੀ। ਸੈਂਟਰ ਦੀ ਸਰਕਾਰ ਵੱਲੋਂ ਆਇਆ ਜਦੋਂ ਕਾਗਜ਼, ਤੇ ਜਦ ਸੈਂਟਰ ਦੀ ਸਰਕਾਰ ਨੇ ਕਹਿ ਦਿੱਤਾ ਕਿ ਰਿਹਾ ਕਰ ਦਿਓ, ਤੇ ਇਹਨਾਂ ਦਾ ਫਰਜ਼ ਬਣਦਾ ਸੀ ਜਿਹੜੀ ਆਪਣਾ ਜਿਸ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ, NRI ਨੇ, ਪੰਜਾਬ ਤੋਂ ਬਾਹਰ ਬੈਠੇ ਲੋਕਾਂ ਨੇ ਪਾਰਟੀ ਨੂੰ ਖੜੀ ਕੀਤਾ, MP ਦਿੱਤੇ ਔਰ MLA ਦਿੱਤੇ ਔਰ ਦਿੱਲੀ ਦੇ ਇਲੈਕਸ਼ਨ ਲੜਾਏ NRI ਨੇ ਸਾਰੇ, ਤੇ ਉਹ ਪਾਰਟੀ ਮਤਲਬ ਇੰਨੀ ਨਿਰਦਈ ਹੋ ਜਾਏਗੀ, ਮਤਲਬ ਕਿ ਇੰਨੀ ਅਕਿਰਤਕਾਣ ਹੋ ਜਾਏਗੀ ਤੁਹਾਨੂੰ ਖੜੇ ਕਰਨ ਵਾਲੇ ਜਿਹੜੇ ਪੰਜਾਬ ਦੇ ਲੋਕ, ਤੁਸੀਂ ਉਹਨੂੰ ਰਿਜੈਕਟ ਕਰ ਰਹੇ ਹੋ। ਸੈਂਟਰ ਦੀ ਸਰਕਾਰ ਨੇ ਜੋ ਕੰਮ ਕੀਤਾ ਸੀਗਾ, ਉਹਨਾਂ ਨੇ ਰਿਹਾ ਕੀਤਾ ਵੀ ਚਲੋ ਗੁਰੂ ਨਾਨਕ ਸਾਹਿਬ 5.5 ਸਾਲ ਆਇਆ ਵੀ ਇਹਨਾਂ ਦੀ ਸੇਵਾਵਾਂ ਪੂਰੀਆਂ ਹੋ ਚੁੱਕੀਆਂ ਨੇ। ਔਰ ਇੱਥੇ ਲਿਖਿਆ ਵੀ ਹੋਇਆ ਦੇਖੋ ਕਿ 23 ਸਾਲ ਹੋ ਚੁੱਕੇ ਨੇ, 23 ਸਾਲ 9 ਮਹੀਨੇ ਹੋ ਚੁੱਕੇ ਨੇ, ਸਜ਼ਾ ਪੂਰੀ ਕਰ ਚੁੱਕਿਆ ਜਿਹੜਾ ਬੰਦਾ। ਤੇ ਬੜੇ ਇਹੋ ਜਿਹੇ ਜਿਹੜੇ ਕੰਮ ਹੁੰਦੇ ਨੇ ਜਿਹੜੇ ਆਪਣਾ ਸੰਜੇ ਦਾਸੀ ਟਾੜਾ ਲੱਗੀ, ਉਹਦੀ ਟਾੜਾ ਹਟ ਗਈ, ਉਹ ਇਹਨਾਂ ਨੇ ਤੇ ਕਿਸੇ ਕਾਰਨ ਕਰਕੇ ਕੰਮ ਕੀਤੇ ਨਾ। ਜਦੋਂ ਜ਼ੁਲਮ ਹੁੰਦਾ ਤਾਂ ਬੰਦਾ ਪਾਗਲ ਹੁੰਦਾ, ਜਿਹਨੂੰ ਆਪਾਂ ਪਾਗਲ ਕਰਾ ਦਿੰਦਾ, ਦਿਮਾਗ ਖਰਾਬ ਹੋ ਜਾਂਦਾ ਕਿ ਸਾਡੇ ਨਾਲ ਧੱਕਾ ਕਿਉਂ ਹੁੰਦਾ। ਤੇ ਉਸ ਦਿਸ਼ਾ 'ਚ ਜਾ ਕੇ ਜਦੋਂ ਕੋਈ ਕੰਮ ਕਰਦਾ ਬੰਦਾ, ਜੇ ਆਪਾਂ ਗੱਲ ਕਰੀਏ ਕਿ ਆਪਣਾ ਜਲਿਆਂਵਾਲੇ ਬਾਗ ਦਾ ਹੋਇਆ ਸੀਗਾ, ਉਹਦੇ ਵਿੱਚ ਕਿੰਨੇ ਸਿੰਘ ਸ਼ਹੀਦ ਹੋਏ ਸੀਗੇ, ਉਹਦਾ ਬਦਲਾ ਜਾ ਕੇ ਉਦਮ ਸਿੰਘ ਨੇ ਲਿਆ ਉੱਥੇ। ਤੇ ਜੇ ਮਤਲਬ ਪੰਥ ਹੋਏ ਚਾਹੇ ਆਪਣਾ ਸਾਡਾ ਦੇਸ਼ ਹੋਏ, ਜਦੋਂ ਦੇਸ਼ ਦੀ ਗੱਲ ਆਈ ਦੇਸ਼ ਵਾਸਤੇ ਖੜਦੇ, ਜਦੋਂ ਪੰਥ ਦੀ ਗੱਲ ਆ ਗਈ ਤਾਂ ਪੰਥ ਵਾਸਤੇ ਵੀ ਖੜਦੇ ਆ। ਜੇ ਅਸੀਂ ਆਪਣੇ ਪੰਥ ਦੀ ਗੱਲ ਨਹੀਂ ਨਾ ਕਰ ਸਕਦੇ, ਆਪਣੇ ਦੇਸ਼ ਦੀ ਗੱਲ ਨਹੀਂ, ਆਪਣੇ ਪੰਥ ਦੀ ਗੱਲ ਨਹੀਂ ਕਰ ਸਕਦੇ, ਆਪਣੀ ਕੌਮ ਵਾਸਤੇ ਕੰਮ ਨਹੀਂ ਕਰ ਸਕਦੇ, ਫਿਰ ਅਸੀਂ ਦੇਸ਼ ਵਾਸਤੇ ਕੁਝ ਨਹੀਂ ਕਰ ਸਕਦੇ। ਕਹਿੰਦੇ ਮੈਂ ਇਹਨਾਂ ਨੇ ਹਮਦਰਦੀ ਲੈਣੀ ਹੁੰਦੀ ਹੈ, ਉਦੋਂ ਆਪਣੇ ਵਿਧਾਨ ਸਭਾ 'ਚ ਬੁਲਾ ਕੇ ਉਦੋਂ ਸਾਰੀਆਂ SIT ਵੀ ਬਣਾ ਦਿੰਦੇ, ਸਭ ਕੁਝ ਕਰ ਦਿੰਦੇ ਨੇ। ਅੱਜ ਸਾਨੂੰ ਪਤਾ ਇਲੈਕਸ਼ਨ ਦਾ ਮੌਕਾ ਹੈਗਾ, ਇਹ ਤਾਂ ਹੁਣ ਚਲੋ ਬਾਅਦ 'ਚ ਨਿਕਲੇ। ਇਸ ਤੋਂ ਪਹਿਲਾਂ ਅਸੀਂ ਆਪਣਾ ਉੱਥੇ ਰੋਸ ਮਾਰਚ ਕਰਕੇ ਆਏ ਹਾਂ ਪੰਜਾਬ ਦੇ ਵਿੱਚ। ਉੱਥੇ ਦੇ ਗਵਰਨਰ ਨੇ ਕਿਹਾ ਜੀ ਮੈਂ ਛੱਡਾਂਗਾ, ਮੇਰਾ ਅਧਿਕਾਰ ਹੈਗਾ, ਤੇ ਅਸੀਂ ਇੱਥੇ ਦੇ ਗਵਰਨਰ ਸਾਹਿਬ ਕੋਲ ਵੀ ਜਾਵਾਂਗੇ। ਜਦ ਸੈਂਟਰ ਦੀ ਸਰਕਾਰ ਨੇ ਕਹਿਤਾ ਸੀ ਅਮਿਤ ਸ਼ਾਹ ਜੀ ਕੋਈ ਦੁਬਾਰਾ ਜਾਵਾਂਗੇ, ਕਿ ਜਦ ਸੈਂਟਰ ਜੀ ਆਪ ਨੇ ਤੁਸੀਂ ਇਹ ਕੰਮ ਕਰ ਦਿੱਤਾ ਸੀ ਤਾਂ ਫਿਰ ਇਹਦਾ ਫਰਜ਼ ਕੀ ਬਣਦਾ ਸੀ ਰੋਕਣ ਦਾ। ਇਹਦੀ ਆਪਣੀ ਟੱਸਰ ਹੈਗੀ ਆ BJP ਦੇ ਨਾਲ, ਉਸ ਕਰਕੇ ਨੇ ਪਾਸ ਨਹੀਂ ਕੀਤਾ। ਬਈ ਇਹ ਤੁਹਾਡੀ ਟੱਸਰ ਹੋਏਗੀ, ਪਰ ਤੈਨੂੰ ਤੇ ਆਮ ਆਦਮੀ ਪਾਰਟੀ ਨੂੰ ਖੜੀ ਕਰਨ ਵਾਲੀ ਪੰਜਾਬੀਅਤ ਖੜੀ ਕਰਨ ਵਾਲੀ ਆ, ਐਂਡ ਉਹਨੇ ਖੜਾ ਕੀਤਾ, ਤੂੰ ਉਹਨਾਂ ਦੇ ਨਾਲ ਧੱਕਾ ਕਿਉਂ ਕਰ ਰਿਹਾ? ਅੱਜ ਤੂੰ ਇਹ ਜਿਹੜਾ ਸਾਹਮਣੇ ਕਲੀਅਰ ਕਰਤਾ ਨੇ ਕਿ ਇਹਨੂੰ ਰਿਜੈਕਟ ਕਰ ਦਿੱਤਾ ਗਿਆ। ਦੇਖੋ ਇਹ ਰਿਜੈਕਟ ਕੀਤਾ ਹੋਇਆ ਪਿੱਛੇ। ਠੀਕ ਹੈ, ਹਾਂਜੀ ਮੈਂ ਪੜ੍ਹ ਕੇ ਸੁਣਾਤਾ ਸਾਰਾ ਕਿ ਨਾ ਜੀ ਰਿਜੈਕਟ ਕਰਤਾ ਪੂਰਾ ਇਹਨਾਂ ਨੇ। ਮਤਲਬ ਕਿੱਥੇ ਆਪਾਂ ਕਿੱਥੇ ਖੜੇ ਆ? ਪੰਜਾਬ ਦੇ ਲੋਕਾਂ ਨੂੰ ਇਹ ਚਾਹੀਦਾ, ਤੁਸੀਂ ਵੀ ਪੜ੍ਹ ਕੇ ਸੁਣਾ ਦਿਓ। ਚਲੋ ਠੀਕ ਆ, ਪੜ੍ਹ ਲੈਣੇ ਆ, ਕੋਈ ਗੱਲ ਨਹੀਂ। ਤੇ ਜੇ ਪੰਜਾਬ ਦੇ ਲੋਕਾਂ ਨੂੰ ਇਸ ਟਾਈਮ ਚਾਹੀਦਾ ਕਿ ਜਦ ਉਹਨਾਂ ਦੇ ਵਿੱਚ ਜਾ ਰਹੇ ਨੇ ਤੇ ਇਹਨਾਂ ਨੂੰ ਪੁੱਛੋ ਭਾਈ ਇਹ ਕੀ ਹੈ, ਤੈਨੂੰ ਅਸੀਂ ਇਹਨਾਂ ਪਿਆਰ ਦਿੱਤਾ, 4 MP ਦਿੱਤੇ, MLA ਦਿੱਤੇ, ਅੱਜ ਤੂੰ ਫਿਰ ਸਾਡੇ ਕੋਲ ਆਇਆ ਹੋਇਆ ਆ ਕੇ ਸਾਨੂੰ ਇਮੋਸ਼ਨਲ ਬਲੈਕਮੇਲਿੰਗ ਕਰ ਰਿਹਾ। ਤੂੰ ਸਾਡੇ ਜਿਹੜੇ ਬੱਚੇ ਨੇ ਉਹਨਾਂ ਦਾ ਜ਼ਮੀਰ ਮਾਰਨ ਦੀ ਕੋਸ਼ਿਸ਼ ਕਰ ਰਹੇ ਆ। ਸਾਨੂੰ ਕਹਿੰਦਾ ਕਿ 1000 ਰੁਪਇਆ ਦਾਂਗੇ, ਤੁਸੀਂ ਬੱਚੀਆਂ ਸੂਟ ਲੈ ਲੈਣਗੀਆਂ। ਕੀ ਗੱਲ ਪੰਜਾਬ ਦੇ ਲੋਕ ਐਡੇ ਭਿਖਾਰੀ ਨੇ? ਉਹ ਆਪਣਾ ਦੇ ਸਕਦੇ ਨੇ, ਉਹ ਦੇਣ ਦਾ ਦਾਤਾ ਬਣਿਆ ਹੋਇਆ ਪੰਜਾਬ, ਜਿਨ੍ਹਾਂ ਨੇ ਲੰਗਰ ਲਾਏ, ਬੜੇ ਵਾਧੂ ਕੰਮ ਕੀਤੇ। ਤਾਂ ਤੂੰ ਉਹਨਾਂ ਦੇ ਕੋਲ ਜਾ ਕੇ ਇਹੋ ਜਿਹੇ ਸਾਡੇ ਜ਼ਮੀਰ ਮਾਰਨ ਦੀ ਕੋਸ਼ਿਸ਼ ਕਰਦਾ। ਪਹਿਲਾਂ ਸਾਡੇ ਸਿੰਘਾਂ ਨੂੰ ਛੱਡ, ਜੇ ਤੂੰ ਇੰਨਾ ਪਿਆਰ ਕਰਦਾ ਤਾਂ। ਠੀਕ ਹੈ, ਮੈਂ ਕਨਕਲੂਜਨ ਇੱਕ ਵਾਰੀ ਪੜ੍ਹ ਦਿੰਦਾ ਜੋ ਇਹਦੇ ਵਿੱਚ ਕਨਕਲੂਜਨ ਹੈਗਾ, ਲਿਖਿਆ ਹੈਗਾ। ਮੈਂ ਦਲਜੀਤ ਸਿੰਘ ਨਾਲ ਗੱਲ ਕਰਾਂਗਾ ਇਸ ਤੋਂ ਬਾਅਦ। ਆਫਟਰ ਟੇਕਿੰਗ ਇਨਟੂ ਅਕਾਊਂਟ ਆਲ ਦਾ ਫੈਕਟਸ ਐਂਡ ਸਰਕਮਸਟੈਂਸਿਸ ਆਫ ਦਾ ਕੇਸ, ਆਈ ਇਨਵੋਲਵਮੈਂਟ ਇਨ ਦਾ ਐਂਟੀ ਨੈਸ਼ਨਲ ਟੈਰਰਿਸਟ ਐਕਟੀਵਿਟੀਜ਼, gravity and perversity of the crime having previous criminal history, the board rejects premature release of convict Davinderpal Singh Pullar, son of late Shri Balwant Singh at this stage। ਸੋ ਇਹ ਇਸ ਦੇ ਵਿੱਚ ਰਿਜੈਕਟ ਜੋ ਕੀਤਾ ਗਿਆ ਹੈਗਾ, ਇਸ ਦੇ ਬਾਰੇ ਅਸੀਂ ਗੱਲਬਾਤ ਕਰ ਰਹੇ ਹੈਗੇ ਹਾਂ। ਦਲਜੀਤ ਸਿੰਘ ਨਾਲ ਗੱਲ ਕਰਾਂਗੇ। ਜੇ ਪਰਮਿੰਦਰਪਾਲ ਸਿੰਘ ਹੈਗੇ ਤਾਂ ਜੇ ਉਹ ਹੈਗੇ ਬੈਠੇ ਇੱਥੇ, ਉਹਨਾਂ ਨਾਲ ਵੀ ਸਵਾਲ ਰਹੇਗਾ। ਦਲਜੀਤ ਸਿੰਘ ਜੀ, ਕੀ ਲੱਗਦਾ ਜਿਸ ਤਰੀਕੇ ਬੰਦੀ ਸਿੰਘਾਂ ਦੇ ਉੱਪਰ ਗੱਲ ਕਰਦੇ ਹੈਗੇ ਆ, ਤੁਸੀਂ ਅੱਗੇ ਹੀ ਜਿਹੜਾ ਹੈਗਾ ਭਾਈ ਹਵਾਰਾ ਦੇ ਨਾਲ ਜੋ ਮਿਸਟਰੀਟ ਕੀਤਾ ਗਿਆ ਉਹਦੇ ਉੱਪਰ ਤੁਹਾਡੀ ਕਾਫੀ ਦਿੱਲੀ ਪ੍ਰਸ਼ਾਸਨ ਨਾਲ ਖੁੰਦਸ ਸੀਗੀ, ਅੱਜ ਇਹ ਕਾਗਜ਼ ਬਾਹਰ ਆਇਆ, ਸੋ ਤੁਹਾਡਾ ਇਸ ਦੇ ਬਾਰੇ ਕੀ ਸੋਚਣਾ ਹੈਗਾ?
ਦੇਖੋ ਇਹਦਾ ਸੋਚਣਾ ਤੇ ਕੁਝ ਵੀ ਖਾਸ ਨਹੀਂ ਹੈ ਵੀ ਇਹ ਜੋ ਸਰਕਾਰਾਂ ਦੀਆਂ ਮਨਸ਼ਾਵਾਂ ਨੇ ਉਹ ਦਰਸਾਉਂਦੀ ਹੈ ਕਿ ਵੀ ਸਿੱਖਾਂ ਨੂੰ ਕੀ ਟਰੀਟ ਕਰਦੇ ਜਾਂ ਸਿੱਖਾਂ ਦੇ ਬਾਰੇ ਉਹ ਕੀ ਸੋਚਦੇ ਨੇ। ਆਪਾਂ ਨੂੰ ਇੱਕ ਗੱਲ, ਸਾਡੇ ਕੋਲ ਇੱਕ ਪੇਪਰ ਹੋਰ ਵੀ ਹੈ, ਮੈਂ ਅੱਜ ਉਹ ਲੈ ਕੇ ਨਹੀਂ ਆਇਆ, ਹਾਲਾਂਕਿ ਉਹ ਪੇਪਰ ਅਸੀਂ ਪਹਿਲੀ ਪ੍ਰੈਸ ਕਾਨਫਰੰਸ ਅਸੀਂ ਉਹਨੂੰ ਐਕਸਪੋਜ਼ ਕਰ ਚੁੱਕੇ ਸੀ ਇਸ ਚੀਜ਼ ਨੂੰ ਵੀ, ਕਿ 2014 ਜਨਵਰੀ 'ਚ ਇਸੇ ਹੀ ਚੀਫ ਮਿਨਿਸਟਰ ਨੇ ਕੇਜਰੀਵਾਲ ਜੀ ਸੀ ਨੇ ਇੱਕ ਲੈਟਰ ਆਪਣੇ ਲੈਟਰ ਹੈਡ ਤੇ ਜਾਰੀ ਕੀਤਾ ਸੀ ਇਕਬਾਲ ਸਿੰਘ ਜੀ ਨੂੰ। ਤੇ ਉਸ ਵਿੱਚ ਲਿਖਿਆ ਹੋਇਆ ਸੀਗਾ ਕਿ ਵੀ ਮੈਂ ਰਿਕਮੈਂਡ ਕਰਦਾ ਹਾਂ ਕਿ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਜੀ ਨੂੰ ਰਿਹਾ ਕਰਨਾ ਚਾਹੀਦਾ ਹੈ। ਉਹ ਲੈਟਰ ਸਾਡੇ ਕੋਲ ਉਹ ਵੀ ਹੈਗੀ ਹੈ। ਅਗਰ ਅਸੀਂ ਇਹਨੂੰ ਉਹ ਲੈਟਰ ਦਿਖਾ ਕੇ ਇਹ ਜਿਹੜੀ ਰਿਜੈਕਸ਼ਨ ਹੈਗੀ ਹੈ ਦਿਖਾਈਏ ਤੇ ਤੁਸੀਂ ਦੱਸੋ ਕਿ ਤੁਹਾਡਾ ਵਿਤਕਰਾ ਆਪਣਾ ਪਤਾ ਲੱਗ ਜਾਂਦਾ ਕਿ ਵੀ ਦੋਹਰੀ ਮਾਪਦੰਡ ਲੈ ਕੇ ਚੱਲ ਰਹੇ ਸਿੱਖਾਂ ਦੇ ਨਾਲ। ਇਹ ਦੋ ਮੂੰਹੇ ਸੱਪ ਨੇ ਕਿ ਸਾਨੂੰ ਹਰ ਪਾਸੋਂ ਦੱਸਣਾ ਚਾਹੁੰਦੇ ਨੇ। ਤੇ ਹੁਣ ਆ ਜਿਹੜੀ ਰਿਜੈਕਸ਼ਨ, ਪਹਿਲੀ ਗੱਲ ਤੇ ਆ ਰਿਜੈਕਸ਼ਨ ਬਣਦੀ ਹੀ ਨਹੀਂ ਜਦ 2019 ਵਿੱਚ ਅਕਤੂਬਰ ਵਿੱਚ 550 ਪ੍ਰਕਾਸ਼ ਪੁਰਬ ਦੇ ਉੱਤੇ ਸੈਂਟਰ ਦੀ ਸਰਕਾਰ ਨੇ ਇਹਨਾਂ ਸਾਰਿਆਂ ਕੈਦੀਆਂ ਨੂੰ ਰਿਲੀਜ਼ ਕਰਨ ਦੇ ਆਰਡਰ ਦੇ ਦਿੱਤੇ। ਜਦ ਸੈਂਟਰ ਦਾ ਕੋਈ ਇਸ਼ੂ ਨਹੀਂ, ਸੈਂਟਰ ਦਾ ਇਸ਼ੂ ਨਹੀਂ, ਇਟ ਮੀਨਸ ਕਿ ਜਿਹੜੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰੀ ਉਹਦਾ ਵੀ ਇਸ਼ੂ ਨਹੀਂ, ਜਿਹੜੀਆਂ ਇੰਟੈਲੀਜੈਂਸ ਬਿਊਰੋਜ਼ ਹੈ, ਕ੍ਰਾਈਮ ਬ੍ਰਾਂਚ ਹੈ, ਉਹਨਾਂ ਦਾ ਵੀ ਇਸ਼ੂਜ਼ ਨਹੀਂ ਹੋਣਾ ਚਾਹੀਦਾ। ਇਹਦਾ ਮਤਲਬ ਨਾ ਉਹ ਹੈ ਕਿਸੇ ਨੇ ਵੀ ਕੋਈ ਆਪਣੇ ਵਿੱਚ ਇਹਦੇ ਵਿੱਚ ਕੋਈ ਵੀ ਤੁਸੀਂ ਕਹਿ ਸਕਦੇ ਹੋ ਕਿ ਐਲੀਗੇਸ਼ਨ ਨਹੀਂ ਖੜਾ ਕੀਤਾ ਇਹਦੇ ਉੱਤੇ ਕਿ ਵੀ ਇਹਨਾਂ ਨੂੰ ਰਿਲੀਜ਼ ਨਹੀਂ ਕਰਨਾ ਚਾਹੀਦਾ। ਦੇਖੋ ਸਾਰਿਆਂ ਦੀ ਏਜ 50+ ਹੈ। ਜਾਂ ਤੇ ਮੇਰੇ ਖਿਆਲ ਨਾਲ ਸਾਨੂੰ ਇੱਕ ਵਾਰੀ ਆਪਾਂ ਸੋਚ ਰਹੇ ਹਾਂ ਕਿ ਇੱਕ ਆਈ ਡ੍ਰੌਪਸ ਦਾ ਪੈਕਟ ਲੈ ਕੇ ਦੇ ਕੇ ਆਈਏ ਕੇਜਰੀਵਾਲ ਸਰਕਾਰ ਨੂੰ ਕਿ ਆਪਣੀ ਅੱਖਾਂ 'ਚ ਨਾ ਆਈ ਡ੍ਰੌਪਸ ਪਾ ਲੈਣ, ਸ਼ਾਇਦ ਅੱਖਾਂ ਖੋਲ ਸਕਣ ਆਪਣੀਆਂ, ਦੇਖ ਸਕਣ ਕਿ ਉਹਨਾਂ ਦੀ ਉਮਰ 50+ ਹੋ ਚੁੱਕੀ ਜਿਨ੍ਹਾਂ ਨੂੰ ਤੁਸੀਂ ਟੈਰਰਿਸਟ ਕਹਿੰਦੇ ਹੋ। ਠੀਕ ਹੈ ਜੀ, ਹਰ ਕਿਸੇ ਦਾ ਐਲੀਗੇਸ਼ਨ, ਜੇ ਅਗਰ ਇਹੀ ਗੱਲ ਹੈ ਟੈਰਰਿਸਟ ਤੇ ਪ੍ਰਗਿਆ ਠਾਕੁਰ ਬਾਹਰ ਕਿਉਂ ਹੈ? ਠੀਕ ਹੈ ਜੀ, 20 ਤੋਂ ਵੱਧ ਫੇਕ ਐਨਕਾਊਂਟਰ ਕਰਨ ਵਾਲੇ ਪੁਲਿਸ ਵਾਲੇ ਜਿਨ੍ਹਾਂ ਨੂੰ ਉਮਰ ਕੈਦ ਹੁੰਦੀ ਹੈ ਉਹ 4-5 ਸਾਲ ਬਾਅਦ ਸੈਂਟੈਂਸ ਰਿਵਿਊ ਬੋਰਡ ਉਹਨਾਂ ਨੂੰ ਛੱਡ ਦਿੰਦੀ ਹੈ। ਕੀ ਗੱਲ, ਉੱਥੇ ਅੱਖਾਂ ਬੰਦ ਹੋ ਜਾਂਦੀਆਂ ਨੇ, ਸਾਡੀ ਵਾਰੀ ਖੁੱਲਦੀਆਂ ਨੇ ਅੱਖਾਂ ਇਹਨਾਂ ਦੀਆਂ। ਕੀ ਸੰਜੇ ਦੱਤ ਦੀ ਗੱਲ ਕਰਦੇ ਹਾਂ ਅਸੀਂ, AK-47 ਰੱਖੀ, ਬੰਬ ਬਲਾਸਟ ਦਾ ਮੈਟਰ ਵੀ ਉਹਦੇ ਉੱਤੇ ਆਇਆ, ਸੇਮ ਸਿਨੈਰੀਓ ਇਹਨਾਂ ਦੇ ਉੱਤੇ ਵੀ ਹੈਗਾ। ਜੇ ਸੰਜੇ ਦੱਤ ਛੱਡਿਆ ਜਾ ਸਕਦਾ ਹੈ ਵੀ ਸਿੱਖਾਂ ਨੂੰ ਛੱਡਣ 'ਚ ਕਿਹੜੀ ਐਸੀ ਪੌਂਤ ਪੈ ਰਹੀ ਹੈ ਇਹਨਾਂ ਨੂੰ, ਕੋਈ ਇਹਨਾਂ ਨੂੰ ਸਮਝ ਨਹੀਂ ਆ ਰਹੀ। ਜਾਂ ਤਾਂ ਸਾਡੇ ਤੋਂ ਡਰਦੇ ਹੈ, ਸਾਨੂੰ ਰਿਟਰਨ 'ਚ ਦੇ ਦੇਣ ਵੀ ਅਸੀਂ ਸਿੱਖ ਕੌਮ ਤੋਂ ਡਰਦੇ ਹਾਂ, ਅਸੀਂ ਸੰਤੁਸ਼ਟੀ ਨਾਲ ਬਹਿ ਜਾਵਾਂਗੇ ਕਿ ਵੀ ਸਿੱਖ ਕੌਮ ਹਿੰਦੁਸਤਾਨ 'ਚ ਐਸੀ ਦਲੇਰ ਕੌਮ ਹੈ ਕਿ ਅੱਜ ਤੱਕ 35 ਸਾਲ ਹੋ ਗਏ ਉਹਨਾਂ ਨੂੰ ਡਰ ਹੀ ਲੱਗਿਆ ਰਿਹਾ, ਜੇ ਛੱਡਤਾ ਤੇ ਪਤਾ ਨਹੀਂ ਸਾਡਾ ਕੀ ਉਖਾੜ ਦੇਣਗੇ। ਜੇ ਆ ਮੰਨ ਲੈਣ ਸਾਨੂੰ ਰਿਸ਼ਤੇ, ਸਾਨੂੰ ਮੈਂ ਕਹਿੰਦਾ ਸਾਨੂੰ ਰਿਟਰਨ 'ਚ ਲਿਖ ਕੇ ਦੇ ਦੇਣ ਅਸੀਂ ਸਿੱਖ ਕੌਮ ਤੋਂ ਡਰਦੇ ਹਾਂ। ਅਸੀਂ ਮੰਨ ਲੈਣ ਜੀ ਸਾਨੂੰ ਡਰਦੇ ਨੇ, ਸਾਡੇ ਉਹਨਾਂ ਨੇ ਬੰਦੀ ਸਿੰਘ ਨੂੰ ਬਾਹਰ ਨਹੀਂ ਕੱਢਣਾ, ਅਸੀਂ ਵੀ ਆਪਣੇ ਸ਼ਾਂਤੀ ਨਾਲ ਬਹਿ ਕੇ ਜਿਹੜਾ ਸੰਘਰਸ਼ ਕਰਨਾ ਫਿਰ ਦੂਸਰਾ ਸੰਘਰਸ਼ ਨਿਭਾਵਾਂਗੇ। ਜਿਹੜੇ ਸੰਘਰਸ਼ ਦੇ ਨਾਲ ਉਹ ਚੱਲਣਾ ਚਾਹੁੰਦੇ ਸੀ ਉਸ ਸੰਘਰਸ਼ ਨਾਲ ਚੱਲਣ ਨੂੰ ਤਿਆਰ ਆ। ਅਸੀਂ ਹਰ ਪਾਸੋਂ ਸ਼ਾਂਤੀਮਈ ਤਰੀਕੇ ਨਾਲ, ਜਿਹੜਾ 11 ਜਨਵਰੀ ਨੂੰ ਉੱਥੇ ਮਾਰਚ ਵੀ ਕੱਢਿਆ ਗਿਆ ਉਹ ਬੜੇ ਸ਼ਾਂਤੀਮਈ ਤਰੀਕੇ ਨਾਲ ਕੱਢਿਆ ਗਿਆ। ਇੱਕ ਗਵਰਨਰ ਦੀ ਪਾਵਰ ਹੈ, ਉਸ ਗਵਰਨਰ ਨੇ ਕਿਹਾ ਜੀ ਜਿਨ੍ਹਾਂ ਦੀ ਬੰਦੀ ਸਿੰਘਾਂ ਦੀ ਰਿਹਾਈ ਜਿਹਦੀ ਪੂਰੀ ਹੋ ਚੁੱਕੀ ਹੈ ਆਪਾਂ ਨੂੰ ਛੱਡਾਂਗੇ, ਅਸੀਂ ਜ਼ਬਾਨ ਕਰਦੇ ਤੁਹਾਡੇ ਨਾਲ। ਇਟ ਮੀਨਸ ਕਿ ਤੁਹਾਡੀ ਇੰਨੀ ਵੀ ਵੈਲਿਊ ਨਹੀਂ ਹੈਗੀ ਕਿ ਉਹ ਗਵਰਨਰ ਇੰਨੀ ਗੱਲ ਬੋਲ ਕੇ, ਤੁਹਾਡੀ ਇੰਨੀ ਵੀ ਵੈਲਿਊ ਨਹੀਂ ਕਿ ਤੁਸੀਂ ਇੰਨੀ ਗੱਲ ਬੋਲ ਸਕੋ। ਚਲੋ ਤੁਸੀਂ ਬੋਲਣੀ ਕੀ ਹੈ, ਤੁਸੀਂ ਕੋਈ ਨਵੀਂ ਗੱਲ ਨਹੀਂ ਕੱਢ ਕੇ ਲੈ ਕੇ ਆ ਰਹੇ ਹੋ। 2014 ਵਿੱਚ ਤੁਹਾਡੇ ਹੀ ਕੇਜਰੀਵਾਲ ਸਾਹਿਬ ਨੇ, ਸਤਿੰਦਰ ਜੈਨ ਨੂੰ ਮੈਂ ਗੱਲ ਕਹਿਣਾ ਚਾਹੂੰਗਾ ਜਿਨ੍ਹਾਂ ਦੀ ਚੇਅਰਪਰਸਨ ਜਿਹੜੇ ਇਸ ਸੈਂਟੈਂਸ ਰਿਵਿਊ ਬੋਰਡ ਦੇ ਰਹੇ ਨੇ 2020 ਵਿੱਚ, ਤੇ ਤੁਹਾਡੇ ਹੀ ਚੀਫ ਮਿਨਿਸਟਰ ਨੇ ਆਪਣੇ ਲੈਟਰ ਹੈਡ 'ਤੇ ਜਾਰੀ ਕੀਤਾ ਹੈਗਾ, ਜੇ ਆਈ ਥਿੰਕ ਉਹਨਾਂ ਕੋਲ ਨਹੀਂ ਪਹੁੰਚਿਆ ਤੇ ਮੈਂ ਉਹਨਾਂ ਨੂੰ ਡਿਲੀਵਰ ਕਰਨਾ ਪਸੰਦ ਕਰਾਂਗਾ ਤਾਂ ਕਿ ਉਹ ਪੜ੍ਹ ਲੈਣ, ਕੇਜਰੀਵਾਲ ਜੀ ਨਾਲ ਡਿਸਕਸ ਕਰ ਲੈਣ ਕਿ ਆ ਜਿਹੜਾ ਲੈਟਰ ਹੈਡ ਆ ਇਹ ਜਿਹੜਾ ਤੁਹਾਡੇ ਤੋਂ ਨਿਕਲਿਆ ਕਿ ਨਹੀਂ ਨਿਕਲਿਆ, ਜਿਸ 'ਚ ਕੇਜਰੀਵਾਲ ਜੀ ਦੇ ਸਾਈਨ ਵੀ ਹੈਗੇ ਨੇ। ਮੈਂ ਸੌਰੀ, ਮੈਂ ਤੁਹਾਨੂੰ WhatsApp 'ਤੇ ਦੇ ਦੂੰਗਾ, ਤੁਸੀਂ ਚਲਾ ਸਕਦੇ ਹੋ ਆਪਣੇ ਚੈਨਲ ਦੇ ਉੱਤੇ। ਇਹ ਸਾਰੀ ਚੀਜ਼ਾਂ ਜਿਹੜੀਆਂ ਹੋ ਚੁੱਕੀਆਂ ਨੇ ਤੁਸੀਂ ਉਹਨੂੰ ਸਿਰਫ ਕੰਟੀਨਿਊ ਕਰਨਾ ਹੈ। ਤੁਸੀਂ ਕੰਟੀਨਿਊ ਕਰਨ ਦੀ ਬਜਾਏ ਉਹਨੂੰ ਕੰਟਰਾਡਿਕਟ ਕਰ ਰਹੇ ਹੋ ਕਿ ਅਸੀਂ ਇਹਨੂੰ ਨਹੀਂ ਕਰਾਂਗੇ। ਇਹਦਾ ਮਤਲਬ ਤੁਸੀਂ ਨੇ ਕਿਤੇ ਨਾ ਕਿਤੇ ਦੋਹਰਾ ਮਾਪਦੰਡ ਲੈ ਕੇ ਚੱਲ ਰਹੇ ਹੋ, ਸਿੱਖਾਂ ਨੂੰ ਕਿਸੇ ਤਰੀਕੇ ਨਾਲ ਪਰੇਸ਼ਾਨ ਕਰਨਾ ਹੈ। ਜੇ ਅੱਜ ਦੀ ਡੇਟ ਦੇ ਅੰਦਰ ਇੰਨੇ ਮਹੀਨੇ ਹੋ ਚੁੱਕੇ ਨੇ, 13 ਮਹੀਨੇ ਪਲੱਸ ਹੋ ਚੁੱਕੇ ਨੇ ਕਿ ਸੈਂਟੈਂਸ ਰਿਵਿਊ ਬੋਰਡ ਦੁਬਾਰਾ ਨਹੀਂ ਬੈਠਾ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਪੁੱਛਣ ਵਾਲੀਆਂ ਨੇ ਕਿ ਵੀ ਕੇਜਰੀਵਾਲ ਸਰਕਾਰ ਚਾਹੁੰਦੀ ਕੀ ਹੈ। ਠੀਕ ਹੈ, ਠੀਕ ਹੈ। ਮੈਂ ਪਰਮਿੰਦਰ ਜੀ ਇੱਧਰ ਨੇ, ਮੈਂ ਚਾਹਾਂਗਾ ਪਰਮਿੰਦਰ ਜੀ 2 ਮਿੰਟ ਜੇ ਆ ਸਕੋ ਤਾਂ ਮੈਂ ਅਮਰਜੀਤ ਜੀ ਮੈਂ ਜ਼ਰੂਰ ਤੁਹਾਡੇ ਨਾਲ ਗੱਲ ਕਰਾਂਗਾ। ਥੋੜ੍ਹਾ ਮੈਂ ਇਸ ਬਾਰੇ ਜਾਣਨਾ ਚਾਹਾਂਗਾ ਕਿ ਇਹ ਕਾਗਜ਼ ਜਿਹੜਾ ਹੈਗਾ ਇਹ ਮੀਟਿੰਗ ਦੀ ਆਪਾਂ ਇੱਕ ਵਾਰੀ ਜਿਹਦਾ ਫਸਟ ਪੇਜ ਆਪਾਂ ਜੇ ਦੇਖ ਲੈਂਦੇ ਆ, ਮਿੰਟਸ ਆਫ ਮੀਟਿੰਗ ਹੈਗਾ। ਸੋ ਆਪਾਂ ਇਹਨੂੰ ਤੁਸੀਂ ਇਹਨੂੰ ਜਸਟੀਫਾਈ ਕਿੱਦਾਂ ਕਰੋਗੇ ਕਿ ਇਹ ਵਾਕਈ ਦਿੱਲੀ ਗਵਰਨਮੈਂਟ ਦੀ ਉਸ ਹੋਈ ਮੀਟਿੰਗ ਦਾ ਕਾਗਜ਼ ਹੈ? ਕਿਉਂਕਿ ਕਿਤੇ ਵੀ ਇੱਥੇ ਕੋਈ ਦਿੱਲੀ ਗਵਰਨਮੈਂਟ ਦਾ ਕੋਈ ਲੈਟਰ ਪੈਡ ਜਾਂ ਦਿੱਲੀ ਗਵਰਨਮੈਂਟ ਦਾ ਕੋਈ ਐਸਾ ਨਿਸ਼ਾਨ ਜਾਂ ਕੋਈ ਅਰਵਿੰਦ ਕੇਜਰੀਵਾਲ ਕੋਈ ਐਸਾ ਲੈਟਰ ਪੈਡ ਟਾਈਪ ਨਹੀਂ ਹੈ। ਇੱਕ ਮਿੰਟਸ ਆਫ ਮੀਟਿੰਗ ਜ਼ਰੂਰ ਹੈ। ਜਸਟੀਫਾਈ ਕਿੱਦਾਂ ਕਰ ਸਕਦੇ ਹੋ ਕਿ ਵਾਕਈ ਇਹ ਫੇਕ ਡਾਕੂਮੈਂਟ ਨਹੀਂ ਹੈ, ਸਹੀ ਡਾਕੂਮੈਂਟ? ਦੇਖੋ ਇਹ ਜਿਹੜਾ ਮਿੰਟਸ ਆਫ ਮੀਟਿੰਗ ਹੈਗੇ ਨੇ ਇਹ 195 91 ਪੇਜ ਦੀ ਹੈ। ਮਿੰਟਸ ਆਫ ਮੀਟਿੰਗ ਦੀ ਪੂਰੀ ਮੇਰੇ ਕੋਲ ਫਾਈਲ ਹੈਗੀ ਹੈ, PDF ਫਾਈਲ ਹੈ।
ਉਹਦੇ ਵਿੱਚ ਇਹ ਪਹਿਲਾ ਪੇਜ ਹੈ ਜਿਹਦੇ ਵਿੱਚ ਇਹ ਮੁੱਖ ਮੰਤਰੀ ਦੀ ਅਧਿਕਸ਼ਤਾ ਦੇ ਵਿੱਚ ਮੀਟਿੰਗ ਹੁੰਦੀ ਹੈ। ਇਹਦੇ ਵਿੱਚ ਸਤਿੰਦਰ ਜੈਨ ਤੇ ਹੋਰ ਅਧਿਕਾਰੀ ਭਾਗ ਲੈਂਦੇ ਨੇ। ਸਤਿੰਦਰ ਜੈਨ ਗ੍ਰਹਿ ਮੰਤਰੀ ਨੇ। ਹੁਣ ਜਿਹੜਾ 113 ਨੰਬਰ ਸਾਡਾ ਮੈਟਰ ਸੀ ਭਾਈ ਦਵਿੰਦਰਪਾਲ ਸਿੰਘ ਭੁੱਲਰ, ਜੋ ਕਿ ਇਸ 191 ਪੇਜ ਦੀ ਪੰਨਿਆਂ ਦੀ 117 ਨੰਬਰ ਤੇ ਆਂਦਾ, 191 ਪੇਜ ਦੇ ਪੰਨੇ ਦੇ ਵਿੱਚ। ਹੁਣ ਇਹਦੇ ਵਿੱਚ ਕਲੀਅਰ ਹੈ, ਇਹਦੇ ਵਿੱਚ ਹੈ ਕਿ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੇ ਉੱਤੇ ਕੇਸ ਕਿਹੜਾ FIR 316 1993 ਦੀ, ਉਹ ਰਾਇਸੀਨਾ ਰੋਡ ਬਾਹਰ ਬੰਬ ਜਿਹੜਾ ਵਿਸਫੋਟ ਕਰਨ ਦਾ ਉਹਨਾਂ ਤੇ ਆਰੋਪ ਹੈ ਕਾਰ ਦੇ ਵਿੱਚ। ਹੁਣ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਜਿਹੜੀ ਪੰਜਾਬ ਸਰਕਾਰ ਹੈ, ਜਿੱਥੇ ਅੱਜ ਕੱਲ੍ਹ ਬੰਦ ਨੇ ਅੰਮ੍ਰਿਤਸਰ ਜੇਲ੍ਹ ਦੇ ਵਿੱਚ, ਉਹ ਭੇਜ ਰਿਹਾ SP ਉੱਥੋਂ ਲਿਖ ਕੇ ਕਿ 9/19 ਤੱਕ ਇਹਨਾਂ ਨੇ 23 ਸਾਲ 9 ਮਹੀਨੇ 17 ਦਿਨ ਦੀ ਜੇਲ੍ਹ ਕੱਟੀ ਹੋਈ ਹੈ ਔਰ ਇਹ ਸੁਪਰੀਡੈਂਟ ਜੇਲ੍ਹ ਅੰਮ੍ਰਿਤਸਰ ਪੰਜਾਬ ਵੱਲੋਂ ਭੇਜਿਆ ਜਾਂਦਾ। ਹੁਣ ਜਿਹੜੀ ਪੁਲਿਸ ਹੈ ਹੋਮ ਟਾਊਨ, ਜਿਹੜੀ ਜਿੱਥੇ ਬੰਦ ਨੇ, ਹੋਮ ਟਾਊਨ ਪੁਲਿਸ ਹੈਜ਼ ਨੋਟ ਅਪੋਜ਼ਡ ਹਿਸ ਪ੍ਰੀਮੈਚੁਰ ਰਿਲੀਜ਼ ਇਨ ਇਟਸ ਰਿਪੋਰਟ, ਕਿ ਉਹ ਇਹਨਾਂ ਦੀ ਸਮੇਂ ਤੋਂ ਪਹਿਲੇ ਰਿਹਾਈ ਨੂੰ ਵਿਰੋਧ ਨਹੀਂ ਕਰ ਰਹੀ। ਲੇਕਿਨ ਦ ਡਿਪਟੀ ਕਮਿਸ਼ਨਰ ਆਫ ਦਿੱਲੀ ਪੁਲਿਸ ਲੀਗਲ ਹੈਜ਼ ਅਪੋਜ਼ਡ ਹਿਸ ਪ੍ਰੀਮੈਚੁਰ ਰਿਲੀਜ਼ ਇਨ ਦੀ ਮੀਟਿੰਗ। ਲੇਕਿਨ ਦਿੱਲੀ ਪੁਲਿਸ ਦਾ ਜਿਹੜਾ ਲੀਗਲ DCP ਹੈ, ਜਿਹੜਾ ਕਿ ਪ੍ਰੋਸੀਕਿਊਸ਼ਨ ਹੁੰਦਾ ਦਿੱਲੀ ਸਰਕਾਰ ਦਾ, ਉਹ ਇਹਦਾ ਵਿਰੋਧ ਕਰਦਾ। ਉਹਦੇ ਬਾਅਦ ਰਿਕਮੈਂਡੇਸ਼ਨ ਹੁੰਦੀ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਦੀ, ਸਮਾਜ ਭਲਾਈ ਵਿਭਾਗ ਦੀ, ਪੁਲਿਸ ਤੋਂ ਬਾਅਦ, ਜੇਲ੍ਹ ਤੋਂ ਬਾਅਦ। ਹੁਣ ਦੇ ਵਿੱਚ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਦੀ ਰਿਪੋਰਟ ਹੈ। ਦ ਰਿਪੋਰਟ ਆਫ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਹੋਮ ਟਾਊਨ ਹੈਜ਼ ਨਾਈਦਰ ਰਿਕਮੈਂਡਡ ਨੋਰ ਅਪੋਜ਼ਡ ਇਨ ਇਟਸ ਰਿਪੋਰਟ। ਨਾ ਤਾਂ ਪੰਜਾਬ ਪੁਲਿਸ ਦਾ ਸਮਾਜ ਕਲਿਆਣ ਵਿਭਾਗ ਦਾ ਵਿਰੋਧ ਕਰ ਰਿਹਾ ਤੇ ਨਾ ਹੀ ਸਮਰਥਨ ਕਰ ਰਿਹਾ ਰਿਹਾਈ ਦਾ। ਲੇਕਿਨ ਦ ਡਾਇਰੈਕਟਰ ਜਨਰਲ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਦਿੱਲੀ ਹੈਜ਼ ਨੋਟ ਸਪੋਰਟਡ ਹਿਸ ਪ੍ਰੀਮੈਚੁਰ ਰਿਲੀਜ਼ ਇਨ ਦਾ ਮੀਟਿੰਗ। ਲੇਕਿਨ ਦਿੱਲੀ ਸਰਕਾਰ ਦੀ ਜਿਹੜੀ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਡਾਇਰੈਕਟਰ ਹੈ ਰਸ਼ਮੀ ਸਿੰਘ, ਇਹ ਵਿਰੋਧ ਕਰ ਰਹੀ ਹੈ। ਹੁਣ ਦੇ ਬਾਅਦ ਕਨਕਲੂਜਨ ਕੀ ਨਿਕਲਦਾ ਇਸ ਮੀਟਿੰਗ ਦੇ ਵਿੱਚ, ਇਸ ਜੋ ਇਹਨਾਂ ਦੇ ਬਾਰੇ ਰਿਹਾਈ ਦੇ ਬਾਰੇ ਮਤਾ ਸੀ, ਇਹ ਐਕਚੁਅਲੀ ਕੀ ਹੈ 11 ਅਕਤੂਬਰ 2019 ਨੂੰ ਕੇਂਦਰ ਸਰਕਾਰ ਨੇ ਮਤਾ ਪਾਸ ਕਰਤਾ ਸੀ ਕਿ ਇਹਨਾਂ ਦੀ ਰਿਹਾਈ ਹੋ ਸਕਦੀ 8 ਕੈਦੀਆਂ ਦੀ, ਉਹਦੇ ਵਿੱਚ ਇਹਨਾਂ ਦਾ ਨਾਂ ਸੀ। ਹੁਣ ਇਹ ਮੀਟਿੰਗ ਕਰ ਰਹੇ ਨੇ 9 ਜਨਵਰੀ 2019 ਨੂੰ, ਇਸ ਤੋਂ 9 ਜਨਵਰੀ 19 ਨਹੀਂ, ਇਹ ਕਰ ਰਹੇ ਨੇ 11 ਦਸੰਬਰ ਨੂੰ, ਉਹਦੇ 2 ਮਹੀਨੇ ਬਾਅਦ। ਇਹ ਜਿਹੜੀ ਡਿਟੇਲ ਭੇਜ ਰਹੀ ਪੰਜਾਬ ਪੁਲਿਸ ਉਹਨਾਂ ਦੀ ਸਜ਼ਾ ਦੀ 9 ਜਨਵਰੀ 2019 ਤੱਕ ਦੀ ਭੇਜ ਰਹੀ ਹੈ, 23 ਸਾਲ ਦੀ। ਹੁਣ ਇਸ ਮੀਟਿੰਗ ਤੋਂ ਬਾਅਦ ਵੀ 13 ਮਹੀਨੇ ਹੋਰ ਲੰਘ ਗਏ ਨੇ, ਸਾਡੇ ਹੱਥ ਅੱਜ ਲੱਗੀ ਇਹਨਾਂ ਦੀ ਮਿੰਟਸ ਆਫ ਮੀਟਿੰਗ ਦੀ ਰਿਪੋਰਟ। ਹੁਣ ਕਨਕਲੂਜਨ ਕੀ ਹੈ? ਕਨਕਲੂਜਨ ਹੈ ਕਿ ਆਫਟਰ ਟੇਕਿੰਗ ਇਨਟੂ ਅਕਾਊਂਟ ਆਲ ਦ ਫੈਕਟਸ ਐਂਡ ਸਰਕਮਸਟੈਂਸਿਸ ਆਫ ਦ ਕੇਸ, ਇਨਵੋਲਵਮੈਂਟ ਇਨ ਐਂਟੀ ਨੈਸ਼ਨਲ ਟੈਰਰਿਸਟ ਐਕਟੀਵਿਟੀਜ਼, ਗ੍ਰੇਵਿਟੀ ਐਂਡ ਪ੍ਰੀਵਰਸਿਟੀ of the crime, having previous criminal history, the board reject premature release of convict Davinderpal Singh Bhullar, son of late Shri Balwant Singh at this stage। ਕਿ ਉਹ ਰਾਸ਼ਟਰ ਵਿਰੋਧੀ ਗਤੀਵਿਧੀਆਂ ਸੀ, ਉਗਰਵਾਦੀ ਗਤੀਵਿਧੀਆਂ ਸੀ, ਜਿਹੜਾ ਕ੍ਰਾਈਮ ਉਹ ਗ੍ਰੇਵਿਟੀ ਉਹਦੀ ਬਹੁਤ ਜ਼ਿਆਦਾ ਹੈ, ਉਹਦੀ ਗੰਭੀਰਤਾ ਜ਼ਿਆਦਾ ਹੈ, ਇਸ ਕਰਕੇ ਅਸੀਂ ਇਹਨਾਂ ਨੂੰ ਰਿਜੈਕਟ ਕਰਨੇ ਇਹਨਾਂ ਦੀ ਪ੍ਰੀਵੀਅਸ ਕ੍ਰਿਮੀਨਲ ਹਿਸਟਰੀ ਨੂੰ ਵੇਖ ਕੇ। ਇਹ ਦਿੱਲੀ ਸਰਕਾਰ ਜੋ ਕਹਿ ਰਹੀ ਹੈ, ਔਰ ਜੋ ਇੱਕ ਪਾਸੇ ਉਹ ਚੋਗਾ ਉੱਡ ਕੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਗਲੀ ਗਲੀ ਘੁੰਮ ਰਹੇ ਨੇ ਕਿ ਅਸੀਂ ਸਿੱਖਾਂ ਦੇ ਹਮਾਇਤੀ ਹਾਂ, ਉਹ ਅੱਜ ਐਕਸਪੋਜ਼ ਹੋ ਗਿਆ। ਮੈਂ ਇਸ ਗੱਲ ਦੀ ਤੁਸੀਂ ਕਿਹਾ ਕਿ ਵੀ ਆਥੈਂਟਿਸਿਟੀ ਕਿੰਨਾ ਕੁ ਆਪਾਂ ਇਹਨੂੰ ਮੰਨ ਸਕਦੇ ਹਾਂ ਇਸ ਡਾਕੂਮੈਂਟ ਦੀ? ਮੈਂ ਤੁਹਾਨੂੰ ਦੇ ਰਿਹਾ। ਕਿੱਥੋਂ ਦੇ ਰਹੇ ਹੋ? ਸੋਰਸ ਕੀ ਹੈ ਇਹਦਾ? ਇਹਦਾ ਸੋਰਸ ਸਾਡੇ ਕੋਲ ਦਿੱਲੀ ਸਰਕਾਰ ਦੀ ਵੈਬਸਾਈਟ ਹੈ, ਮੈਂ ਤੁਹਾਨੂੰ ਉੱਥੇ ਪਿਆ ਹੋਇਆ। ਪਰ ਇਲੈਕਸ਼ਨਾਂ ਦੇ ਵੇਲੇ ਬਾਹਰ ਆਣਾ ਤੁਹਾਨੂੰ ਕੀ ਲੱਗਦਾ ਇਹਦੇ ਵਿੱਚ? ਇਲੈਕਸ਼ਨ ਕਿਉਂਕਿ ਜਦ ਪਿਛਲੇ ਸਾਲ ਦੀ ਮਸਲਾ ਉਹ ਨਹੀਂ ਹੈ, ਪਿਛਲੇ ਸਾਲ ਦੀ ਹੈਗੀ ਹੈ, ਇੱਕ ਸਾਲ ਬਾਹਰ ਕੋਵਿਡ ਦੇ ਦੌਰਾਨ ਦੀ 2020 ਦੀ ਇਹ ਮੀਟਿੰਗ ਹੈ। ਔਰ ਕਈ ਵਾਰੀ ਕੀ ਹੁੰਦਾ ਕਿ ਸਰਕਾਰੀ ਡਿਪਾਰਟਮੈਂਟ ਆਪਣੀ ਵੈਬਸਾਈਟਾਂ ਦੇ ਉੱਤੇ ਆਪਣੀ ਮੀਟਿੰਗ ਲੇਟ ਲੋਡ ਕਰਦੇ ਨੇ। ਕੋਈ ਜ਼ਰੂਰੀ ਨਹੀਂ ਕਿ ਅੱਜ ਮੀਟਿੰਗ ਹੋਗੀ ਤੇ ਅੱਜ ਹੀ ਕਰ ਦੇਣਗੇ। ਹੁਣ ਇਹ 1 ਸਾਲ ਬਾਅਦ ਹੋਇਆ। ਦੇਖੋ ਸਾਡੇ ਹੱਥ ਅੱਜ ਆਇਆ, ਹੁਣ ਉਹਨਾਂ ਨੇ ਅੱਜ ਕੀਤਾ, 10 ਦਿਨ ਪਹਿਲੇ ਕੀਤਾ, 20 ਦਿਨ ਪਹਿਲੇ ਕੀਤਾ, ਕਦੋਂ ਕੀਤਾ ਅਸੀਂ ਲੱਭ ਰਹੇ। ਪਬਲਿਕ ਡੋਮੇਨ ਤੇ ਅਵੇਲੇਬਲ ਹੈਗਾ, ਪਬਲਿਕ ਡੋਮੇਨ ਤੇ ਅਵੇਲੇਬਲ ਹੈ ਡਾਕੂਮੈਂਟ। ਹੁਣ ਆਈਟੀ ਤੇ ਅਵੇਲੇਬਲ ਹੈ ਔਰ ਉੱਥੋਂ ਮੈਂ ਡਾਊਨਲੋਡ ਕੀਤਾ, ਮੇਰੇ ਕੋਲ 191 ਪੇਜ ਦੀ ਪੂਰੀ PDF ਹੈਗੀ ਹੈ, ਮੈਂ ਤੁਹਾਨੂੰ ਦੇ ਦਾਂਗਾ। ਔਰ ਇਹ 117 ਨੰਬਰ ਪੇਜ ਦੇ ਉੱਪਰ ਹੈ, ਅਵੇਲੇਬਲ ਹੈ। ਆਥੈਂਟਿਸਿਟੀ ਕਲੀਅਰ ਹੋ ਗਈ ਕਿ ਜਿਹੜਾ ਹੈਗਾ ਦਿੱਲੀ ਸਰਕਾਰ ਦੀ ਵੈਬਸਾਈਟ ਤੇ ਪਰਮਿੰਦਰਪਾਲ ਸਿੰਘ ਕਹਿ ਰਿਹਾ ਹੈਗਾ ਪਬਲਿਕ ਡੋਮੇਨ 'ਚ ਹੈਗਾ, ਠੀਕ ਹੈ। ਯਾਨੀ ਇਸ ਤੋਂ ਪਤਾ ਲੱਗ ਗਿਆ ਕਿ ਵੀ ਇਹਦਾ ਸੋਰਸ ਜਿਹੜੀ ਹੈ ਦਿੱਲੀ ਸਰਕਾਰ ਦੀ ਵੈਬਸਾਈਟ ਹੈਗੀ, ਪਰਫੈਕਟ ਹੈਗੀ ਹੈ। ਉੱਥੇ SRB ਦੀ ਰਿਵਿਊ ਬੋਰਡ ਦੀ ਹੋਰ ਵੀ ਮਿੰਟਸ ਆਫ ਮੀਟਿੰਗ ਨੇ, ਉਹਦੇ ਵਿੱਚੋਂ ਮੈਨੂੰ ਲੱਭਿਆ ਕਈ ਮਿੰਟਸ ਆਫ ਮੀਟਿੰਗ ਚ। ਇਹਦੇ ਵਿੱਚ ਕੋਈ ਲੈਟਰ ਪੈਡ ਟਾਈਪ ਹੈ ਕੁਝ ਇਸ ਤਰ੍ਹਾਂ? ਕੋਈ ਮਿੰਟਸ ਆਫ ਮੀਟਿੰਗ ਕੋਈ ਲੈਟਰ ਪੈਡ ਤੇ ਨਹੀਂ ਹੁੰਦੀ, ਲੈਟਰ ਪੈਡ ਦਿੱਲੀ ਸਰਕਾਰ ਦਾ ਕੋਈ ਹੈ ਹੀ ਨਹੀਂ, ਠੀਕ ਹੈ, ਕੋਈ ਇਹਦੇ ਚ ਨਹੀਂ ਹੁੰਦਾ। ਜਿਹੜੇ ਮਿੰਟਸ ਆਫ ਮੀਟਿੰਗ ਉਹਦੇ ਸਿਰਫ ਇਹੀ ਲਿਖਿਆ ਹੁੰਦਾ ਕਿ ਇਹਦੇ ਵਿੱਚ ਇਹ ਮਸਲੇ ਤੇ ਵਿਚਾਰ ਹੋਇਆ। ਇਹ ਇਹਦਾ ਪਹਿਲਾ ਪੇਜ ਹੈ ਜਿਹਦੇ ਚ ਮਿੰਟ ਜੋ ਹਿੱਸਾ ਲੈ ਰਹੇ ਨੇ, ਭਾਗ ਲੈ ਰਹੇ ਨੇ। ਇਹ ਇਹਦਾ ਪੇਜ ਨੰਬਰ 2 ਹੈ ਜਿਹਦੇ ਵਿੱਚ ਇਹ ਸਾਰੇ ਕੇਸਿਸ ਨੇ ਕਿ ਐਸ ਕੇਸਾਂ ਦੇ ਬਾਰੇ ਅਸੀਂ ਗੱਲ ਕਰਨੀ ਹੈ। ਤਕਰੀਬਨ ਇਹਨਾਂ ਦੇ ਕੋਲ 186 ਕੇਸਾਂ ਦੀ ਇਹਨਾਂ ਨੇ ਉਸ ਦਿਨ ਗੱਲ ਕੀਤੀ ਹੈ। ਔਰ ਇਸ ਤੋਂ ਮੈਂ ਤੁਹਾਡੇ ਜਾਣਨਾ ਚਾਹਾਂਗਾ ਕਿ ਠੀਕ ਹੈ ਮੈਂ ਮੰਨਦਾ, ਪਰ ਦਿੱਲੀ ਗਵਰਨਮੈਂਟ ਦਾ ਇਸ ਦੇ ਨਾਲ ਰਿਲੇਸ਼ਨ ਕਿਸ ਤਰੀਕੇ ਦਾ ਹੈਗਾ ਮੈਂ ਜਾਣਨਾ ਚਾਹਾਂਗਾ, ਕਿਉਂਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਤਾਂ ਅੰਮ੍ਰਿਤਸਰ ਜੇਲ੍ਹ 'ਚ ਹੈਗੇ ਆ। ਅਕਾਲੀ ਦਲ, ਤੁਸੀਂ ਅਕਾਲੀ ਦਲ ਸੀਗੇ ਉਦੋਂ, ਤੁਸੀਂ ਜਿਹੜਾ ਹੈਗਾ ਤੁਸੀਂ ਆਪ ਦੱਸਿਆ ਸੀਗਾ। ਹੋਰ ਇਸ ਦੇ ਵਿੱਚ ਲਿਖਿਆ ਵੀ, ਆਪਾਂ ਪੜ੍ਹ ਵੀ ਦਈਏ, ਲਿਖਿਆ ਵੀ ਹੋਇਆ ਕਿ ਜਿਹੜੀ ਇਹਦੇ ਵਿੱਚ ਹੈਗੀ ਕਿ ਪ੍ਰੈਜ਼ੈਂਟਲੀ ਲੌਜਡ ਇਨ ਅੰਮ੍ਰਿਤਸਰ ਜੇਲ੍ਹ ਪੰਜਾਬ। ਸੋ ਜੇ ਅੰਮ੍ਰਿਤਸਰ ਦੀ ਜੇਲ੍ਹ 'ਚ ਹੈਗੇ ਨੇ, ਸੋ ਉਹਨਾਂ ਦੀ ਰਿਹਾਈ ਦਾ ਦਿੱਲੀ ਦੇ ਨਾਲ, ਦਿੱਲੀ ਸਰਕਾਰ ਦੇ ਵਿੱਚ ਮੀਟਿੰਗ ਕਿਉਂ ਹੋ ਰਹੀ ਹੈ? ਕਨਕਲੂਜਨ ਜੋ ਦੇ ਰਹੇ ਆ ਉਹ ਅਸਲ ਅਲੱਗ ਮਸਲਾ ਹੈ, ਦਿੱਲੀ ਸਰਕਾਰ ਦੀ ਇਨਵੋਲਵਮੈਂਟ ਕੀ ਹੈ? ਕਾਰਨ ਦੱਸ ਰਿਹਾ। ਇਹ ਜਿਹੜੀ ਘਟਨਾ ਹੈਗੀ, ਜਿਹੜੀ ਉਹਨਾਂ ਦੇ FIR ਦਿੱਲੀ ਦੀ ਆ, ਇਹਦਾ ਪ੍ਰੋਸੀਕਿਊਸ਼ਨ ਦਿੱਲੀ ਬਣਦਾ,
ਠੀਕ ਹੈ। ਪ੍ਰੋਸੀਕਿਊਸ਼ਨ ਉਹ ਜਿਹੜਾ ਬਚਾਓ ਪੱਖ ਹੈਗਾ ਉਹ ਦਿੱਲੀ ਬਣੇਗਾ ਉਹਦਾ, ਜਿਹੜਾ ਉਸ ਤੇ ਆਰੋਪ ਲਾਏਗਾ, ਜਿਹੜਾ ਬਚਾਏਗਾ। ਇਸ ਵਾਸਤੇ ਸੈਂਟੈਂਸ ਰਿਵਿਊ ਬੋਰਡ ਵੀ ਦਿੱਲੀ ਹੋਏਗਾ। ਅੰਮ੍ਰਿਤਸਰ ਅਸੀਂ ਜੇਲ੍ਹ ਪਿੱਛੇ ਸ਼ਿਫਟ ਕਰਾਇਆ ਸੀ ਜਦੋਂ ਉਹਨਾਂ ਦੀ ਮਾਨਸਿਕ ਔਰ ਸਰੀਰਕ ਹਾਲਤ ਠੀਕ ਨਹੀਂ ਸੀ। ਅਸੀਂ ਉਹਨਾਂ ਰਿਕੁਐਸਟ ਦਿੱਤੀ ਸੀ ਕਿ ਇਹਨਾਂ ਦਾ ਘਰ ਅੰਮ੍ਰਿਤਸਰ ਹੈ, ਉੱਥੇ ਅੰਮ੍ਰਿਤਸਰ ਜੇਲ੍ਹ ਸ਼ਿਫਟ ਕਰ ਦਿਓ ਤਾਂ ਕਿ ਇਹਨਾਂ ਦੀ ਮਾਤਾ, ਇਹਨਾਂ ਦੇ ਵਾਈਫ ਜਿਹੜੇ ਨੇ ਉਹ ਪਰਿਵਾਰ ਦੇ ਬੰਦੇ ਜਾ ਕੇ ਉੱਥੇ ਮਿਲ ਸਕਣ। ਸਿਰਫ ਇਹ ਕਾਰਨ ਸੀ। ਇਹਨਾਂ ਦਾ ਮੇਨ ਕੇਸ ਜਿਹੜਾ ਸੀ ਦਿੱਲੀ ਹੈ, ਟ੍ਰਾਇਲ ਇਹਦਾ ਖਤਮ ਹੋ ਚੁੱਕਿਆ, ਸਜ਼ਾ ਇਹ 'ਚ ਹੋ ਚੁੱਕੀ ਹੈ, ਇਹਦੇ ਵਿੱਚ ਸਾਰਾ ਕੁਝ ਹੋ ਚੁੱਕਿਆ ਔਰ ਸਜ਼ਾ ਭੁਗਤ ਵੀ ਚੁੱਕੇ ਨੇ। ਹੁਣ ਅੱਜ ਦੀ ਤਰੀਕ ਤੱਕ 25 ਸਾਲ ਭੁਗਤ ਚੁੱਕੇ ਨੇ ਔਰ ਇਹਦੇ ਵਿੱਚ ਕੋਈ ਓਬਜੈਕਸ਼ਨ ਨਹੀਂ ਹੈ। ਜੇ ਭਾਰਤ ਸਰਕਾਰ ਰਿਲੀਜ਼ ਕਰ ਸਕਦੀ ਹੈ, ਉਹ ਭਾਰਤ ਸਰਕਾਰ ਰਿਲੀਜ਼ ਆਰਡਰ ਦੇ ਰਹੀ ਹੈ ਔਰ ਤੁਸੀਂ ਉਸ ਆਰਡਰ ਤੋਂ ਨਿਕਲਣ ਤੋਂ ਬਾਅਦ ਤੁਸੀਂ ਸੈਂਟੈਂਸ ਰਿਵਿਊ ਬੋਰਡ ਦੇ ਵਿੱਚ ਉਸ ਨੂੰ ਇਸ ਬਿਹਾਫ ਤੇ ਰਿਜੈਕਟ ਕਰ ਰਹੇ ਹੋ ਕਿ ਖਾਲਿਸਤਾਨੀ ਹੈ, ਉਹਦੀ ਕ੍ਰਿਮੀਨਲਸ ਬੈਕਗ੍ਰਾਉਂਡ ਹੈ ਔਰ ਉਹ ਰਾਸ਼ਟਰ ਵਿਰੋਧੀ ਗਤੀਵਿਧੀਆਂ ਸ਼ਾਮਲ ਰਿਹਾ, ਇਸ ਕਰਕੇ ਦੇ ਦਿਓ। ਤੁਸੀਂ ਇਹ ਕਿਉਂ ਨਹੀਂ ਗਰਾਊਂਡ ਦੇਖਦੇ ਕਿ ਉਹਦਾ ਅੱਜ ਫਿਜ਼ੀਕਲੀ ਹਾਲਾਤ ਠੀਕ ਨਹੀਂ, ਉਹਦੇ ਮੈਂਟਲੀ ਹਾਲਾਤ ਠੀਕ ਨਹੀਂ ਹੈਗੇ, ਉਹ ਕਿਉਂ ਨਹੀਂ ਦੇਖਦੇ? ਯਾਨੀ ਕਿ ਕਹਿਣ ਦਾ ਮਤਲਬ ਹੈ ਕਿ ਭਾਵੇਂ ਅੰਮ੍ਰਿਤਸਰ ਜੇਲ੍ਹ 'ਚ ਨੇ, ਜਦ ਤੱਕ ਦਿੱਲੀ ਸਰਕਾਰ ਤੋਂ ਕਲੀਅਰੈਂਸ ਨਹੀਂ ਮਿਲੇਗੀ ਉਹਨਾਂ ਨੂੰ ਰਿਹਾਈ ਨਹੀਂ ਮਿਲੇਗੀ। ਇੱਕ ਮਾਤਰ ਕੇਸ ਹੈ ਉਹਨਾਂ ਦੇ ਪ੍ਰੋਸੀਕਿਊਸ਼ਨ ਦਿੱਲੀ ਦਾ ਹੈ, ਦਿੱਲੀ ਸਰਕਾਰ ਹੀ ਕਰੇਗੀ। ਹੁਣ ਸੈਂਟਰ ਗਵਰਨਮੈਂਟ ਨੇ ਦੇਤੀ ਪਰਮਿਸ਼ਨ, ਪੰਜਾਬ ਗਵਰਨਮੈਂਟ ਦੇ ਜੇਲ੍ਹ ਡਿਪਾਰਟਮੈਂਟ ਨੇ ਦੇਤੀ, ਪੁਲਿਸ ਨੇ ਦੇਤੀ ਔਰ ਰਹੀ ਸਹੀ ਕਸਰ ਜਿਹੜੀ ਸੀ ਉਹਨਾਂ ਦੇ ਸਮਾਜ ਕਲਿਆਣ ਵਿਭਾਗ ਨੇ ਵੀ ਦੇਤੀ। ਪਰ ਦਿੱਲੀ ਸਰਕਾਰ ਤੇ ਪੁਲਿਸ ਨੇ ਵੀ, ਪ੍ਰੋਸੀਕਿਊਸ਼ਨ ਨੇ ਵੀ ਮਨਾ ਕਰਤਾ, ਦਿੱਲੀ ਸਰਕਾਰ ਤੇ ਸਮਾਜ ਕਲਿਆਣ ਵਿਭਾਗ ਨੇ ਮਨਾ ਕਰਤਾ। ਇਸ ਕਰਕੇ ਸੈਂਟੈਂਸ ਰਿਵਿਊ ਬੋਰਡ ਨੇ ਰਿਜੈਕਟ ਕਰਤਾ। ਠੀਕ ਹੈ। ਸਵਾਲ ਹੁਣ ਬਣਦਾ ਤੁਹਾਡਾ ਜਾ ਕੇ ਕੇਜਰੀਵਾਲ ਦੇ ਬੰਦਿਆਂ ਤੋਂ ਕਿ ਭਾਈ ਸਾਹਿਬ ਇਹ ਆ ਗਿਆ ਹੁਣ ਸਬੂਤ। ਅੱਜ ਤੱਕ ਤਾਂ ਸਾਡੇ ਕੋਲ ਕੋਈ ਸਬੂਤ ਨਹੀਂ ਸੀ। ਅਸੀਂ ਤਾਂ ਹੁਣ ਹਫਤਾ ਪਹਿਲੇ ਵੀ, ਅਗਰ ਸਾਡੇ ਕੋਲ ਪਹਿਲੇ ਹੁੰਦਾ ਤਾਂ ਅਸੀਂ ਹਫਤਾ ਪਹਿਲੇ ਸਤਿੰਦਰ ਜੈਨ ਕੋਲ ਤਰਲੇ ਕਿਉਂ ਕਰਦੇ ਜਾ ਕੇ, ਜਿਹੜਾ ਗ੍ਰਹਿ ਮੰਤਰੀ ਹੈ? ਅਸੀਂ ਕਿਉਂ ਤਰਲੇ ਕਰਦੇ ਉਹਦੇ ਜਾ ਕੇ ਜੇ ਸਾਡੇ ਕੋਲ ਪਹਿਲੇ ਸਬੂਤ ਹੁੰਦਾ? ਇਹ ਤਾਂ ਅਸੀਂ ਖਦਸ਼ੇ ਜਤਾਏ ਜਾ ਰਹੇ ਸੀ। ਕੱਲ ਵੀ ਫੇਸਬੁੱਕ ਤੇ ਪਰਸੋਂ ਵਿੱਚ ਕਿਸੇ ਨੇ ਪਾਇਆ ਸੀ ਕਿ ਦਿੱਲੀ ਸਰਕਾਰ ਨੇ ਫਾਈਲ ਰਿਜੈਕਟ ਕਰਤੀ। ਜਦੋਂ ਇਹ ਚੀਜ਼ਾਂ ਚੱਲੀਆਂ ਉਹਦੇ ਬਾਅਦ ਮੈਂ ਲੱਭਣਾ ਸ਼ੁਰੂ ਕੀਤਾ ਕਿ ਰਿਜੈਕਟ ਕਦੋਂ ਹੋਈ ਹੈ। ਉਸ ਰਿਜੈਕਸ਼ਨ ਨੂੰ ਲੱਭਣ ਦੀ ਜੇ ਮੈਂ ਕੋਸ਼ਿਸ਼ ਕੀਤੀ ਤੇ ਮੇਰੇ ਹੱਥ ਸਮਾਨ ਲੱਗਿਆ। ਠੀਕ ਹੈ। ਸੋ ਸੋਰਸ ਉਹਨਾਂ ਨੇ ਡਿਕਲੇਅਰ ਕੀਤੇ ਔਰ ਉਹਨਾਂ ਨੇ ਇਹ ਵੀ ਦੱਸਿਆ ਕਿ ਜਦ ਤੱਕ ਭਾਵੇਂ ਅੰਮ੍ਰਿਤਸਰ ਜੇਲ੍ਹ 'ਚ ਨੇ, ਜਦ ਤੱਕ ਦਿੱਲੀ ਸਰਕਾਰ ਨਹੀਂ ਕਲੀਅਰ ਕਰੇਗੀ ਉਹ ਰਿਹਾਈ ਨਹੀਂ ਹੋ ਸਕਦੀ। ਭਾਈ ਅਮਰਜੀਤ ਸਿੰਘ ਸਾਡੇ ਨਾਲ ਮੌਜੂਦ ਨੇ, ਗੱਲ ਕਰਾਂਗੇ। ਭਾਈ ਸਾਹਿਬ ਕਿੱਦਾਂ ਦੇਖਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਦਿੱਲੀ ਔਰ ਪੰਜਾਬ ਦੀ ਔਰ ਦੇਸ਼ਾਂ ਵਿਦੇਸ਼ਾਂ ਦੀ ਜਿੰਨੀ ਵੀ ਸੰਗਤ ਆ, ਸਿੱਖ ਸੰਗਤ, ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਬਈ ਇਹ ਹੁਣ ਪੰਜਾਬ ਇਲੈਕਸ਼ਨ ਵਾਸਤੇ ਗਿਆ ਆ। ਮੈਂ ਆਪਣੀ ਅੱਖੀਂ ਵੇਖਿਆ, ਮੈਂ ਵੀ ਇਹਨੂੰ ਲਾਈਕ ਕਰਦਾ ਹੁੰਦਾ ਸੀ ਕਿਸੇ ਵੇਲੇ ਕੇਜਰੀਵਾਲ ਨੂੰ। ਮੈਂ ਜਿੱਥੇ ਵੀ ਖੜਾ ਹੁੰਦਾ ਸੀ ਮੈਂ ਕਹਿੰਦਾ ਸੀ ਭਾਈ ਇਹ ਵਧੀਆ ਬੰਦਾ, ਵੀ ਇਹਨੂੰ ਵੋਟ ਪਾਓ, ਵੀ ਇਹਦੀ ਸਪੋਰਟ ਕਰੋ। ਪਰ ਅੱਜ ਜਦੋਂ ਮੈਂ ਦੇਖਿਆ ਵੀ ਸਾਡੇ ਨਾਲ ਇਹ ਜਿਹੜਾ ਧੱਕਾ ਇਹਨੇ ਕੀਤਾ, ਉਹ ਚਾਹੇ ਦਿੱਲੀ ਹੋਵੇ, ਜਦੋਂ ਅਸੀਂ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਲਾਉਣਾ ਸੀ ਇਹਨੇ ਸਾਨੂੰ ਜਗ੍ਹਾ ਨਹੀਂ ਦਿੱਤੀ, ਉਹ ਫਿਰ ਜਾ ਕੇ ਇੱਥੇ ਕਿਹੜਾ ਭਵਨ ਆ ਉੱਥੇ ਅੰਦਰ ਜਾ ਕੇ ਲਾਈ, ਬੁੱਤ ਲਾਇਆ ਉਹਨਾਂ ਦਾ। ਠੀਕ ਹੈ ਜੀ, ਕਿਹੜਾ ਹਾਊਸ ਜੀ? ਹਾਂ, ਨਾਭੇ ਹਾਊਸ 'ਚ ਲਾਇਆ। ਤੇ ਉਸ ਤੋਂ ਬਾਅਦ ਮੈਂ ਅੱਖੀਂ ਵੇਖਿਆ ਜਿਹੜੇ NRI ਭਰਾ ਨੇ ਸਾਡੇ, ਉਹ ਜਦੋਂ ਬਾਹਰੋਂ ਆਏ ਇਹਦੀ ਸਪੋਰਟ 'ਚ, ਤੇ ਮੈਂ ਅੱਖੀਂ ਵੇਖਿਆ ਉਹਨਾਂ ਦੇ ਜਦੋਂ ਡਿੱਕੀਆਂ ਖੋਲੀਆਂ ਟੈਚੀਆਂ ਦੇ ਉੱਤੇ ਇਹਦੀ ਫੋਟੋ ਲੱਗੀ ਸੀਗੀ। ਤੇ ਮੈਂ ਇੰਨਾ ਪ੍ਰਭਾਵਿਤ ਹੋਇਆ ਬਈ ਇਹਨੂੰ ਪਿਆਰ ਕਰਦੇ ਆ NRI ਭਰਾ। ਉਹਨਾਂ ਨੇ ਪੈਸੇ ਵੱਲੋਂ ਜਾਂ ਕਿਸੇ ਪੱਖੋਂ ਵੀ ਇਹਦਾ ਮਤਲਬ ਪਿੱਠ ਨਹੀਂ ਲੱਗਣ ਦਿੱਤੀ ਪੰਜਾਬ ਦੇ ਅੰਦਰ। ਪਰ ਇਹਨੇ ਅੱਜ ਸਾਡੇ ਨਾਲ ਕੀ ਕੀਤਾ, ਇਹ ਸੋਚਣ ਵਾਲਾ ਵਿਸ਼ਾ ਆ। ਮੈਂ ਹੱਥ ਜੋੜ ਕੇ ਆਪਣੀਆਂ ਮਾਵਾਂ ਨੂੰ, ਭੈਣਾਂ ਨੂੰ, ਬਜ਼ੁਰਗਾਂ ਨੂੰ ਇਹੀ ਕਹਿਣਾ ਚਾਹੁੰਦਾ ਪੰਜਾਬ ਦੇ, ਕਿਉਂਕਿ ਇਹਨੇ ਹੁਣ ਪੰਜਾਬ ਵੱਲ ਰੁੱਖ ਕੀਤਾ। ਇਹ ਸੋਚਦਾ ਵੀ ਪੰਜਾਬ ਹੁਣ ਮੇਰੇ ਹੱਥ ਲੱਗ ਜਾਊਗਾ, ਪਰ ਇਹ ਮੱਤ ਭੁਲੇਖੇ 'ਚ ਰਵੇ ਵੀ 2-2 ਹਜ਼ਾਰ ਰੁਪਈਆ ਦੇ ਕੇ ਖਰੀਦ ਲਊਗਾ। ਉਹ ਜਿਹੜੀ ਕੌਮ, ਜਿਹੜਾ ਪੰਥ ਲੱਖਾਂ ਕਰੋੜਾਂ ਰੁਪਏ ਦੇ ਲੰਗਰ ਲਾ ਸਕਦੀ ਆ, ਤੇ ਉਹਨਾਂ ਨੇ ਕਦੀ ਗੁਰੂ ਸਾਹਿਬ ਨੇ ਘਾਟ ਨਹੀਂ ਆਣ ਦਿੱਤੀ। ਇਹ ਕੀ ਸਾਨੂੰ 2-2 ਹਜ਼ਾਰ ਰੁਪਏ 'ਚ ਖਰੀਦ ਲਊਗਾ? ਇਹ ਭੁਲੇਖਾ ਇਹਦੇ ਦਿਮਾਗ 'ਚ ਬਹੁਤ ਵੱਡਾ ਆ। ਇਹ ਮੈਂ ਪੰਜਾਬ ਦੇ ਸਾਰੇ ਮੇਰੇ ਭੈਣਾਂ ਨੂੰ, ਮਾਵਾਂ ਨੂੰ, ਵੀਰਾਂ ਨੂੰ, ਬਜ਼ੁਰਗਾਂ ਨੂੰ, ਔਰ ਵਿਦੇਸ਼ 'ਚ ਬੈਠੇ ਜਿੰਨੇ ਵੀ ਮੇਰੇ ਭਰਾ ਨੇ, ਉਹ ਆਪ ਜੀ ਵੇਖ ਲਓ ਵੀ ਕਿੱਦਾਂ ਇਹ ਸਾਡੇ ਵੀਰ ਦਵਿੰਦਰਪਾਲ ਸਿੰਘ ਭੁੱਲਰ ਦੇ ਫਾਈਲ ਤੇ ਇਹਨੇ ਸਾਈਨ ਨਹੀਂ ਕੀਤੇ। ਵੀ ਕਿਉਂ ਨਹੀਂ ਕੀਤੇ ਸਾਈਨ? ਇਹ ਬੜੇ ਡੂੰਘਾ ਵਿੱਚ ਸੋਚਣ ਵਾਲਾ ਵਿਸ਼ਾ ਆ। ਤੇ ਅਸੀਂ ਬਸ ਸਾਰੇ ਇਹਦੇ ਪਿੱਛੇ ਪਾਗਲ ਹੋ ਜਾਂਦੇ ਆ, ਲੈ ਜੀ ਹਾਲਾ ਲਾ ਲਾ ਕੇਜਰੀਵਾਲ ਆ ਗਿਆ ਦਿੱਲੀ, ਇਹਨੇ ਪਾਣੀ ਫ੍ਰੀ ਕਰਤਾ, ਇਹਨੇ ਬਿਜਲੀ ਫ੍ਰੀ ਕਰਤੀ। ਉਹ ਸਾਡੇ ਸਿੱਖ ਦਾ ਇਹ ਕਢਾ ਨਹੀਂ ਸਕਿਆ, ਇਹਨੇ ਫਾਈਲ ਰੋਕ ਦਿੱਤੀ, ਸਾਈਨ ਨਹੀਂ ਕੀਤੇ। ਬਈ ਇੱਕ ਤੇਰਾ ਸਾਈਨ, ਤੂੰ ਕਾਨੂੰਨ ਤੋਂ ਵੱਡਾ ਹੋ ਗਿਆ। ਸੋਚਣ ਵਾਲੀ ਗੱਲ ਆ, ਤੂੰ ਕਾਨੂੰਨ ਤੋਂ ਵੱਡਾ ਹੋ ਗਿਆ। ਬਈ ਸਾਰੇ ਜਿਹੜੇ ਲਾ ਕਾਨੂੰਨ ਜਿਹੜੀ ਸੈਂਟਰ ਨੇ ਕਹਿਤਾ, ਕੋਰਟ ਨੇ ਕਹਿਤਾ, ਤੇ ਫਿਰ ਤੂੰ ਕਿਉਂ ਭਾਈ ਉਹਦੀ ਫਾਈਲ ਰੋਕੀ ਹੋਈ ਆ? ਕੋਈ ਨਹੀਂ ਕੇਜਰੀਵਾਲ ਸਾਹਿਬ, ਦਿੱਲੀ 'ਚ ਵੀ ਇਲੈਕਸ਼ਨ ਆ ਗਏ ਆ। ਦਿੱਲੀ ਜਿਹੜੇ ਸਿੱਖ ਚਿਹਰੇ ਆ ਮੇਰੇ ਵੀਰ ਖੜੇ ਆ ਇਲੈਕਸ਼ਨ ਦੇ ਟਿਕਟਾਂ ਵਾਸਤੇ ਇੰਤਜ਼ਾਰ ਕਰਦੇ ਆ। ਮੈਂ ਹੱਥ ਜੋੜ ਉਹਨਾਂ ਨੂੰ ਵੀ ਅਪੀਲ ਕਰਦਾ ਬਈ ਪਹਿਲੇ ਸਾਡੇ ਵਾਸਤੇ ਸਾਡੇ ਸਿੱਖ ਪੰਥ ਆ, ਉਸ ਤੋਂ ਬਾਅਦ ਇਹ ਲਾਲੇ ਮੋਨੇ ਘੋਨੇ ਨੇ। ਤੇ ਪਹਿਲਾਂ ਸੋਚ ਵਿਚਾਰ ਕੇ ਸਾਰੇ ਵੋਟ ਪਾਉਣ। ਤੇ ਜਦ ਤੱਕ ਸਾਡੇ ਵੀਰਾਂ ਦਾ ਕੁਝ ਨਹੀਂ ਸੋਚੂਗਾ, ਸਾਡੇ ਆਪਣੇ ਭਰਾ ਨੇ, ਸਾਡੇ ਹੀਰੇ ਨੇ, ਸਾਨੂੰ ਸਾਂਭ ਕੇ ਰੱਖਣੇ ਆ। ਸਾਨੂੰ ਆਉਂਦਾ ਸਾਂਭ ਕੇ ਕਿੱਦਾਂ ਰੱਖਣੇ ਆ। ਜੇਲ੍ਹਾਂ ਭੁਗਤ ਲਈਆਂ, ਸਾਰਾ ਕੁਝ ਹੋ ਗਿਆ,
ਉਸ ਤੋਂ ਬਾਅਦ ਕਿਉਂ ਨਹੀਂ ਛੱਡਦੇ ਭਾਈ? ਸਾਰੀਆਂ ਕੇ ਦੇਖ ਲਓ ਕਿੰਨੀਆਂ ਕਿੰਨੀਆਂ ਸਜ਼ਾਵਾਂ ਭੁਗਤ ਲਈਆਂ ਇਹਨਾਂ ਨੇ, ਤੇ ਹੁਣ ਛੱਡੋ ਉਹਨਾਂ ਨੂੰ, ਆਪਣੇ ਪਰਿਵਾਰ 'ਚ ਜਾਣ ਸਾਰਾ। ਤੇ ਮੈਂ ਇਹੀ ਕਹਿੰਦਾ ਸਾਰੇ ਫਿਰ ਭੈਣਾਂ ਭਰਾਵਾਂ ਨੂੰ ਵੀ ਇਹ ਪੰਜਾਬ ਵਾਲੇ ਨੇ ਰੁੱਖ ਕੀਤਾ, ਤੇ ਸਾਰੇ ਸੋਚ ਸਮਝ ਕੇ ਇਹਨੂੰ ਵੋਟ ਪਾਉਣ। ਤੇ ਇਹਨੂੰ ਪਾਉਣੀ ਨਹੀਂ ਹੈ ਵੋਟ, ਪਹਿਲੀ ਗੱਲ ਤਾਂ ਪਾਉਣੀ ਨਹੀਂ ਹੈ। ਇਹਨੂੰ ਕਹੋ ਵੀ ਹਾਂਜੀ ਸਤਿ ਸ੍ਰੀ ਅਕਾਲ ਬੁਲਾਓ, ਬਈ ਸਾਡੇ ਭਰਾ ਛੱਡ ਦਿਓ, ਤੇ ਅਸੀਂ ਫੇਰ ਸੋਚਾਂਗੇ ਕੀ ਕਰਨਾ ਅਸੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ, ਇਸੇ ਤਰੀਕੇ ਤੁਹਾਨੂੰ ਜੋ ਕਿ ਇਹ ਕਾਗਜ਼ ਜੋ ਸਾਨੂੰ ਪ੍ਰੋਵਾਈਡ ਕੀਤਾ ਗਿਆ, ਇਹਦੀ ਸਾਰੀ ਜੋ ਕਿ ਅਸੀਂ ਗੱਲਬਾਤ ਕੀਤੀ ਹੈ, ਸੋਰਸ ਕੀ ਹੈ, ਕਿੱਥੋਂ ਆਇਆ, ਕਿਸ ਤਰ੍ਹਾਂ ਇਹਦਾ ਲਿੰਕ ਹੈਗਾ, ਸੋ ਸਾਰੀ ਡਿਟੇਲਸ ਨਾਲ ਅਸੀਂ ਤੁਹਾਨੂੰ ਜਿਹੜਾ ਅਪਡੇਟ ਕਰਾਂਗੇ। ਇਸੇ ਤਰੀਕੇ ਅਸੀਂ ਤੁਹਾਨੂੰ ਜੋੜਦੇ ਰਹਾਂਗੇ। ਵੇਖਦੇ ਰਹੋ ਅਕਾਲ ਚੈਨਲ।